सतनाम श्री वाहिगुरु साहिब जी। सोरठ महला पंजवा। खोजत खोजत खोज विचार्यो, राम नाम तत सारा। किल बिख काटे निमख अराध्या, गुरमुख पार उतारा। खोजत खोजत खोज विचार्यो, राम नाम तत सारा। किल बिख काटे निमख अराध्या, गुरमुख पार उतारा। हर रस पीवो पुरख ज्ञानी, सुन सुन महात्रिपत मन पावै। साधु अमृत बानी रहाओ, मुकत भुगत जुगत सच पाइयै। सर्ब सुखा का दाता, अपने दास को भगत दान देवै। पूरन पुरख विधाता, श्रावणी सुनिए रसना गाइए। हृदय ध्याइए सोई, करण कारण समरथ सुवामी। जाते वृथा ना कोई, वड्डा भाग रतन जन्म पाया। करहो कृपा कृपाला, साध संग नानक गुण गावै। सिमरै सदा गोपाला, वड्डा भाग रतन जन्म पाया। करहो कृपा कृपाला, साध संग नानक गुण गावै। सिमरै सदा गोपाला। वाहिगुरु जी का खालसा, वाहिगुरु जी की फतेह। जुगो जुग अटल। साहिब श्री गुरु ग्रंथ साहिब सच्चे पातशाह महाराज जी दी पावन पवित्र खजूरी अंदर गुरुद्वारा मंजी साहिब दीवान अस्थान विखे अमृत वेले तो सजे हुए गुरमत दीवान दी आप जी हाजरी भर रहे हो। अज श्री दरबार साहिब विखे सतगुरु गुरु ग्रंथ साहिब महाराज जी ने अमृत वेले जो पावन पवित्र शब्द हुक्म रूप विच बख्शिश कीता है, आप जी ने दरबार साहिब जी तो भी 2 वारी इस अमृत बचन का पाठ सरवण कीता है। हुण तीसरी बार
ਦੀਵਾਨ ਅਸਥਾਨ ਤੋਂ ਵੀ ਭਾਈ ਸਾਹਿਬ ਜੀ ਨੇ ਆਪ ਜੀ ਨੂੰ ਅੱਜ ਦੇ ਆਏ ਹੋਏ ਹੁਕਮਨਾਮੇ ਦਾ ਪਾਠ ਸਰਵਣ ਕਰਾਇਆ ਹੈ। ਵਿਸਲ ਦੇ ਰਿਹਾ ਥੋੜਾ ਸਪੀਕਰ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿਰਪਾ ਕਰਨ, ਆਪ ਵਿੱਚ ਵਰਤਨ ਧੰਨ ਧੰਨ ਗੁਰੂ ਰਾਮਦਾਸ ਜੀ ਮਨ ਦਾ ਟਿਕਾ, ਹਿਰਦੇ ਦੀ ਇਕਾਗਰਤਾ ਭੈ ਭਾਵਨੀ ਬਖਸ਼ ਕੇ ਸਤਿਗੁਰੂ ਜੀ ਆਪ ਹੀ ਵਿਚਾਰ ਕਰਾ ਲੈਣ। ਸਾਧ ਸੰਗਤ ਅਸੀਸ ਬਖਸ਼ੋ, ਪਿਆਰ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਫਿਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ। ਅੱਜ ਸਤਿਗੁਰਾਂ ਨੇ ਜੋ ਪਾਵਨ ਪਵਿੱਤਰ ਹੁਕਮ ਦੀ ਦਾਤ ਬਖਸ਼ੀ ਹੈ, ਪੰਚਮ ਗੁਰਦੇਵ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਹਜ਼ੂਰ ਦੀ ਮੁਬਾਰਕ ਰਸਨਾ ਤੋਂ ਰਾਗ ਸੋਰਠ ਵਿੱਚ ਇਹ ਅੰਮ੍ਰਿਤ ਬਚਨ ਉਚਾਰਨ ਕੀਤਾ ਹੋਇਆ ਹੈ। ਖੋਜਤ ਖੋਜਤ ਖੋਜ ਵਿਚਾਰਿਓ। ਸਤਿਗੁਰੂ ਜੀ ਨੇ ਅੱਜ ਇਸ ਅੰਮ੍ਰਿਤ ਬਚਨ ਦੀ ਆਰੰਭਤਾ ਵਿੱਚ ਬਖਸ਼ਿਸ਼ ਕੀਤੀ। ਖੋਜਤ ਖੋਜਤ ਖੋਜ ਵਿਚਾਰਿਓ। ਖੋਜਤ ਦੇ ਲਫ਼ਜ਼ੀ ਅਰਥ ਨੇ ਖੋਜਦਿਆਂ। ਦੋ ਵਾਰੀ ਸਤਿਗੁਰਾਂ ਨੇ ਇਸ ਅੰਮ੍ਰਿਤ ਬਚਨ ਨੂੰ ਵਰਤਿਆ, ਖੋਜਤ ਖੋਜਤ। ਇਹਦਾ ਭਾਵ ਖੋਜਦਿਆਂ ਖੋਜਦਿਆਂ, ਲੱਭਦਿਆਂ ਲੱਭਦਿਆਂ, ਢੂੰਡਦਿਆਂ ਢੂੰਡਦਿਆਂ। ਖੋਜ ਵਿਚਾਰਿਓ। ਮਹਾਰਾਜ ਕਹਿੰਦੇ ਨੇ ਕਿ ਉਸ ਪਾਰ ਬ੍ਰਹਮ ਪਰਮੇਸ਼ਵਰ ਦੀ ਕਿਰਪਾ ਨਾਲ ਖੋਜਦਿਆਂ ਖੋਜਦਿਆਂ, ਲੱਭਦਿਆਂ ਲੱਭਦਿਆਂ ਅਸੀਂ ਖੋਜ ਕੇ ਇਸ ਵਿਚਾਰ ਤੇ ਪਹੁੰਚੇ ਹਾਂ। ਇਸ ਸ੍ਰੇਸ਼ਟ, ਇਸ ਸਭ ਤੋਂ ਉੱਤਮ ਵਿਚਾਰ ਤੇ ਪਹੁੰਚ ਗਏ ਹਾਂ। ਰਾਮ ਨਾਮ ਤਤ ਸਾਰਾ। ਰਾਮ ਨਾਮ ਤਤ ਸਾਰਾ। ਰਾਮ का ਅਖਰੀ ਅਰਥ ਇੱਥੇ ਜੀ ਜੋ ਸਾਰੀਆਂ ਥਾਵਾਂ ਤੇ ਰਮਿਆ ਹੋਇਆ ਹੈ, ਜਿਸ ਨੂੰ ਅਸੀਂ ਪਰਮੇਸ਼ਵਰ, ਭਗਵਾਨ, ਕਰਤਾਰ, ਵਾਹਿਗੁਰੂ, ਅੱਲਾ, ਰੱਬ ਜੀ ਹਜ਼ੂਰ ਕੇ ਬਚਨ ਕਰ ਰਹੇ ਨੇ। ਅਸੀਂ ਖੋਜ ਖੋਜ ਤੇ ਖੋਜ ਕੇ ਇਸ ਸ੍ਰੇਸ਼ਟ ਵਿਚਾਰ ਤੇ ਪਹੁੰਚੇ ਹਾਂ ਕਿ ਇਸ ਸੰਸਾਰ ਵਿੱਚ ਇੱਕ ਪਰਮਾਤਮਾ ਦਾ ਨਾਮ ਹੀ ਹੈ ਜਿਹੜੀ ਅਸਲੀਅਤ ਹੈ। ਸਭ ਤੋਂ ਸ੍ਰੇਸ਼ਟ, ਸਭ ਤੋਂ ਉੱਚਾ ਇਹ ਤੱਤ ਹੈ ਕਿ ਪਾਰ ਬ੍ਰਹਮ ਪਰਮੇਸ਼ਵਰ ਦਾ ਨਾਮ ਹੀ ਸਭ ਤੋਂ ਉੱਚਾ ਹੈ। ਇਸ ਅੰਮ੍ਰਿਤ ਬਚਨ ਨੂੰ ਵੇਖੋ, ਕਈ ਵਾਰੀ ਅਸੀਂ ਗੱਲ ਕਹਿੰਦੇ ਹਾਂ ਵੀ ਕੋਈ ਤੱਤ ਦੀ ਗੱਲ ਮਿਲ ਜਾਏ, ਸਾਨੂੰ ਕੋਈ ਨਿੱਗਰ ਗੱਲ ਦਾ ਪਤਾ ਲੱਗੇ, ਠੋਸ ਗੱਲ ਦਾ ਪਤਾ ਲੱਗੇ, ਜਿਸ ਦੇ ਵਿੱਚ ਕੋਈ ਮਿਲਾਵਟ ਨਾ ਹੋਵੇ, ਬਿਲਕੁਲ ਅਸਲੀਅਤ ਹੋਵੇ। ਅੱਜ ਸਤਿਗੁਰੂ ਨੇ ਇਹ ਨਿੱਗਰ ਗੱਲ, ਜਿਹਨੂੰ ਆਪਾਂ ਲਫ਼ਜ਼ ਵਰਤ ਲਈਏ ਜੇ ਇੱਕ ਸਿਧਾਂਤ ਲਫ਼ਜ਼ ਵਰਤਨੇ, ਸਿਧਾਂਤ ਦਾ ਲਫ਼ਜ਼ੀ ਅਰਥ ਇਹ ਵੇ ਜੀ ਅੰਤ ਸਿੱਧ ਕੀਤੀ ਹੋਈ ਬਾਤ। ਸਿਧਾਂਤ ਦਾ ਅਰਥ ਹੈ ਕਿ ਚੰਗੀ ਤਰ੍ਹਾਂ ਮੰਥਨ ਕਰਕੇ, ਖੋਜ ਕਰਕੇ, ਕਿਸੇ ਵਿਚਾਰ ਨੂੰ ਰਿੜਕ ਰਿੜਕ ਕੇ ਜਿਹੜਾ ਅਖੀਰ ਤੇ ਤੱਤ ਨਿਕਲੇ। ਇਹਨੂੰ ਥੋੜਾ ਜਿਹਾ ਹੋਰ ਬੇਨਤੀ ਕਰਾਂ, ਜੰਮੇ ਹੋਏ ਦਹੀਂ ਨੂੰ ਜਿਵੇਂ ਆਪਾਂ ਮਧਾਣੀ ਵਿੱਚ ਮਧਾਣੀ ਦੇ ਫੁੱਲ ਨਾਲ ਰਿੜਕਨੇ ਆ ਤੇ ਰਿੜਕ ਰਿੜਕ ਕੇ ਜਿਹੜਾ ਮੱਖਣ ਉਹਦੇ ਤੇ ਆਉਂਦਾ ਹੈ, ਆਪਾਂ ਕਹਿੰਦੇ ਆ ਇਹ ਤੱਤ ਆ ਗਿਆ ਹੈ। ਇਹ ਸ਼ਬਦ ਵਰਤਾਂ ਤੱਤ ਕਹੋ, ਅਰਕ ਕਹੋ, ਨਿਚੋੜ ਕਹੋ, ਅੰਤ ਸਿੱਧ ਕੀਤੀ ਹੋਈ ਬਾਤ। ਸਿਧਾਂਤ ਦਾ ਅਰਥ ਹੈ ਕਿ ਜੋ ਬਿਲਕੁਲ ਅਖੀਰ ਤੇ ਸਿੱਧ ਕਰ ਦਿੱਤਾ ਵੀ ਆਹ ਹੀ ਹੈ। ਇੱਥੇ ਅੱਜ ਸਤਿਗੁਰਾਂ ਨੇ ਕਿਰਪਾ ਕੀਤੀ। ਧੰਨ ਗੁਰੂ ਪੰਚਮ ਪਿਤਾ ਮਹਾਰਾਜ ਕਹਿੰਦੇ ਨੇ, ਸਿੱਖੋ ਐ ਮਨੁੱਖੋ, ਅਸੀਂ ਇਹ ਨਿਚੋੜ ਕੱਢ ਦਿੱਤਾ ਹੈ। ਤੇ ਮੈਂ ਆਪ ਨੂੰ ਅਰਜ਼ ਕਰਾਂ, ਅਸੀਂ ਬੋਲੀਏ, ਕੋਈ ਆਮ ਬੰਦਾ ਬੋਲੇ, ਆਪਾਂ ਕਹਾਂਗੇ ਵੀ ਇਸ ਗੱਲ ਵਿੱਚ ਹੋ ਸਕਦਾ ਤੱਤ ਨਾ ਹੋਵੇ, ਪਰ ਇਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਨੂੰ ਅੱਜ ਸਮਝਾਉਂਦੇ ਪਏ ਨੇ, ਭਾਈ ਸਿੱਖੋ, ਅਸੀਂ ਖੋਜਦਿਆਂ ਖੋਜਦਿਆਂ ਖੋਜ ਕੇ
इस नतीजे ते पहुंचे हाँ कि इस संसार विच सब तो श्रेष्ठ, सब तो उत्तम केवल पार ब्रह्म परमेश्वर का नाम है, उस तो ऊपर कोई नहीं। सतगुरु जी के अमृत बचन ने जी, इस बचन ते भरोसा करना चाहिए। उंज तां सतगुरु तरस करे, साडे हिरदे दी ऐसी शरधा भावना बन जाए, अपनी मनमत नूं, अपने तर्कां नूं, अपनी बुद्धि के ख्यालों नूं बिल्कुल समर्पित कर दईए। जो सतगुरु कह रहे हैं बस यही सत है। तो यह भी सतगुरां ने अमृत बाणी च बचन किया है कि सिख वास्ते ये सब तो चंगा है कि जिस सतगुरु नूं आपां गुरु ग्रंथ साहिब नूं मत्था टेक रहे हैं, जो गुरु ग्रंथ साहिब कह रहे हैं अपनी अकल दे घोड़े दौड़ाने बंद करिए, जो सतगुरु कहने नूं सत बचन करके मान लीए। जिवें असीं एक बचन पढ़ने आ, हम अंधुले अंध बिखै बिखराते, असी ज्ञान दे चक्षुआं पक्षों अन्ने हाँ, सानू नज़र कुछ नहीं आ रहा ते खनेरे विच डुबे होए हाँ। ते सच ये वे कि सानू खनेरे विच ये भी पहचान नहीं हो रही कि अमृत पीना है कि जहर। सच ये वे खनेरे विच कई बारी बंदा कौड़ी चीज़ नूं भी मूँह ला लैंदा है। इत्थे सतगुरु कह रहे हा अज्ञानता दे खनेरे विच डुबे होए हाँ, समझ कोई नहीं ते जहर पीने पे हाँ। ते नाल अगली बेनती की, सतगुरु जी तुसी दया करो, दर्श करो, सानू नज़र कुछ नहीं आ रहा, सानू अपने लड़ ना ला लवो। हम अंधुले अंध बिखै बिखराते, क्यों चाल है गुर चाली, सतगुर दया करे सुख दाता, हम लावे आपन पाली। अपने पल्ले अपने लड़ ना ला लो। अगे हुण सतगुरु जी पल पल्ला पकड़न लई लड़ पकड़न की जुगत दस रहे हैं। वो जुगत है गुरसिख मीत चलो गुर चाली, हे गुरु के सिखा जी शब्द वरता, हे मित्र जे तू इस रस्ते ते तुरना है ते गुरु दी दसी हुई चाली, चाली दा अर्थ चाल, रो, रीत, मर्यादा। गुरसिख मीत चलो गुर चाली, महाराज जी किवें चलीए? सतगुरां ने कहा जो गुर कहे, जो सतगुरु जी बचन करदे आ, जो हजूर अपने मुख तो उच्चारण करते हैं, जो गुर कहे सोई भल मानो। वेखो बड़ा प्यारा बचन, उत्थे तर्क कटाक्ष ना कर, कटाक्ष ना कर, जो सतगुरु कहंदे आ उन्होंने भला करके मान लै। जो गुर कहे सोई भल मानो, हर हर कथा निराली। मैं इस करके बेनती की जी, इस गल नूं आपां सारे स्वीकार लईए अपने धुर अंदर तो। हजूर सच्चे पातशाह महाराज कह रहे आ कि भाई सिखो खोज के असी इस तत्त ते पहुंचे हाँ कि इस दुनिया विच सिर्फ श्रेष्ठ परमात्मा का नाम ही है। सतगुरु जी दे एक बचन असी पढ़ने आ, सोदत सोदत सोध विचारा। देखो जिवें इत्थे आ शब्द आया ना कि खोजद्या ये खोज कीती है, उत्थे सतगुरु जी शब्द वरत रहे आ सोदत सोदत सोध विचारा, बिन हर भजन नहीं छुटकारा। कि इस गल नूं सोध के निचोड़ कढ़ के कि परमात्मा जे भजन तो बिना छुटकारा नहीं। सुखमनी साहब आपां पढ़ने हैं जी, ते पढ़ना चाहिए हर गुरसिख नूं। देखो साडे नेम दियां मर्यादा भी साडा नितनेम लिखे, सिख ने आ नितनेम करना है, आ शाम नूं करना है। पर गुरमुखो निजी रहनी विच, पंथक रहनी विच तां स्पष्ट है भी जिहड़ा सिख कहाउंदा है उन्होंने ये पाठ करना पैना लाजमी है। तो प्यारिओ निजी रहनी दे विच आप जी जिन्नी मर्जी बाणी पढ़ लो, शख्सी रहनी भी जिन्ना मर्जी आप जी पाठ कर लो, उहदे विच कोई मनाही नहीं। सुखमनी साहब जी का एक श्लोक, बहु शास्त्र बहु सिमरती, बस आ भी जी खोज के लभ के मारे कहें तेन ताद दस दिता है। बहु शास्त्र बहु सिमरती पेखे सर्ब टिडोल। महाराज कहते सारे शास्त्र सारिया सिमरतियां वेख लिया ने ते खोज करदियां इस तत्त गल ते आ गए हाँ। बहु शास्त्र बहु सिमरती पेखे सर्ब टंडोल, पूज सनाही हर हरे। सच ये वे कि ये गल तत्त है कि खरी परमात्मा दे नाम दे बराबर कुछ भी नहीं। बहु शास्त्र बहु सिमरती पेखे सर्ब टंडोल, पूज सनाही हर हरे, नानक नाम अमोल। केवल एक करते पुरख वाहिगुरू जी का नाम है जी,
ਜਿਹੜਾ ਅਮੋਲਕ ਹੈ, ਜਿਹਦੀ ਕੋਈ ਮੁੱਲ ਨਹੀਂ ਪਾ ਸਕਦਾ। ਮਹਾਰਾਜ ਕਹਿੰਦੇ ਇਹ ਤੱਤ ਕੱਢਿਆ ਜੀ, ਸਿਮਰਤ ਬੇਦ ਪੁਰਾਣ ਪੁਕਾਰਨ ਪੋਥੀਆਂ। ਮਹਾਰਾਜ ਤਾਂ ਇਹ ਪ੍ਰਮਾਣ ਕਰ ਰਿਹਾ ਵਾਂ ਕਿ ਭਾਈ ਗੁਰਸਿੱਖੋ ਇਸ ਨਿਚੋੜ ਨੂੰ ਆਪਾਂ ਮੰਨ ਲਈਏ। ਮਹਾਰਾਜ ਬਚਨ ਕਰਦੇ ਆ, ਸਿਮਰਤ ਬੇਦ ਪੁਰਾਣ ਪੁਕਾਰਨ ਪੋਥੀਆਂ। ਇਹ ਸਾਰੇ ਪੁਕਾਰ ਕੇ ਕਹਿ ਰਿਹਾ। ਮਹਾਰਾਜ ਕਹਿੰਦੇ ਨੇ ਸਿਰਫ ਇੱਕ ਪਰਮਾਤਮਾ ਦਾ ਨਾਮ ਹੈ ਜਿਹੜਾ ਸਤ ਹੈ। ਸਿਮਰਤ ਬੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾ ਸਭ ਕੂੜ ਗਾਲੀ ਖੋਛੀਆਂ। ਸਿਰਫ ਇੱਕ ਕਰਤਾਰ ਦਾ ਨਾਮ ਹੈ ਜਿਹੜਾ ਤਤ ਹੈ। ਨਾਮ ਤੋਂ ਬਿਨਾ ਜਿਤਨੀਆਂ ਵੀ ਬਾਤਾਂ ਨੇ, ਜਿਤਨੀਆਂ ਵੀ ਗੱਲਾਂ ਨੇ, ਉਹ ਸਾਰੀਆਂ ਖੋਛੀਆਂ ਨੇ। ਇੱਥੇ ਸਤਿਗੁਰਾਂ ਜੀ ਨੇ ਅੱਜ ਬਖਸ਼ਿਸ਼ ਕੀਤੀ ਹੈ। ਸਤਿਗੁਰੂ ਬਚਨ ਕਰ ਰਿਹਾ, ਖੋਜਦਿਆਂ ਅਸੀਂ ਇਸ ਤੱਤ ਤੇ ਪਹੁੰਚੇ ਹਾਂ ਕਿ ਇਸ ਸੰਸਾਰ ਵਿੱਚ ਸਭ ਤੋਂ ਸ੍ਰੇਸ਼ਟ, ਸਭ ਤੋਂ ਉੱਤਮ ਕਰਤੇ ਪੁਰਖ ਵਾਹਿਗੁਰੂ ਜੀ ਦਾ ਨਾਮ ਹੈ। ਕਿਲ ਬਿਖ ਕਾਟੇ ਨਿਮਕ ਅਰਾਧਿਆ। ਸਤਿਗੁਰੂ ਜੀ ਇਸ ਨਾਮ ਵਿੱਚ ਕਿੰਨੀ ਕੁ ਤਾਕਤ ਹੈ, ਇਸ ਵਿੱਚ ਕਿੰਨੀ ਕੁ ਸ਼ਕਤੀ ਹੈ। ਸਤਿਗੁਰਾਂ ਨੇ ਬਚਨ ਕੀਤਾ ਕਿ ਜਦੋਂ ਕੋਈ ਇੱਕ ਨਿਮਕ ਮਾਤਰ, ਅੱਖ ਝਮਕਣ ਜਿਤਨਾ ਸਮਾਂ, ਇੰਨੀ ਵੱਡੀ ਤਾਕਤ ਹੈ ਨਾਮ ਵਿੱਚ। ਅੱਖ ਝਮਕਣ ਜਿਤਨਾ ਸਮਾਂ ਕਰਤੇ ਪੁਰਖ ਵਾਹਿਗੁਰੂ ਜੀ ਦੇ ਨਾਮ ਨੂੰ ਅਰਾਧੇ ਤੇ ਉਹਦੇ ਸਾਰੇ ਪਾਪਾਂ ਦਾ ਨਾਸ ਹੋ ਜਾਂਦਾ ਹੈ। ਮਹਾਰਾਜ ਕਹਿੰਦੇ ਕਿਲਵੇ ਕੱਟੇ ਜਾਂਦੇ ਆ ਜੇ ਇੱਕ ਨਿਮਕ ਮਾਤਰ, ਸਿਰਫ ਇੱਕ ਵਾਰੀ ਇੱਕ ਨਿਮਕ ਜਿਤਨਾ ਨਾਮ ਕੋਈ ਜਪ ਲਵੇ। ਗੁਰਮੁਖ ਪਾਰ ਉਤਾਰਾ। ਸਤਿਗੁਰੂ ਜੀ ਕਹਿੰਦੇ ਨੇ ਗੁਰਮੁਖ ਦਾ ਅਰਥ ਹੈ ਗੁਰੂ ਜੀ ਦੇ ਸਨਮੁਖ ਹੋ ਕੇ। ਇਹਦਾ ਅਰਥ ਕਿ ਜਿਹੜਾ ਨਾਮ ਹੈ ਪਰਮਾਤਮਾ ਦਾ ਸ੍ਰੇਸ਼ਟ ਉੱਤਮ, ਗੁਰੂ ਜੀ ਦੇ ਸਨਮੁਖ ਹੋ ਕੇ ਜਿਸ ਨੂੰ ਨਾਮ ਦੀ ਦਾਤ ਮਿਲ ਜਾਏ ਤੇ ਉਸ ਨਾਮ ਦੀ ਦਾਤ ਦੇ ਬਖਸ਼ਿਸ਼ ਨਾਲ ਇੱਕ ਨਿਮਕ ਮਾਤਰ ਪਰਮਾਤਮਾ ਦਾ ਨਾਮ ਜਪਣ ਨਾਲ ਉਹਦੇ ਸਾਰੇ ਪਾਪ ਕੱਟੇ ਜਾਂਦੇ ਆ। ਇੱਥੇ ਇੱਕ ਥੋੜੀ ਜਿਹੀ ਬੇਨਤੀ ਆਪ ਨੂੰ ਕਰਾਂਗਾ। ਜਿਤਨੀ ਕੁ ਸੋਝੀ ਮਹਾਰਾਜ ਦਿੰਦੇ ਆ ਜੀ। ਹੁਣ ਕਈ ਵਾਰੀ ਹੁਣ ਸ਼ਬਦ ਹੈ ਨਿਮਕ, ਅਸੀਂ ਕਹਿੰਦੇ ਆ ਜੀ ਇੱਕ ਨਿਮਕ। ਬਾਬਾ ਸਤਿਗੁਰੂ ਜੀ ਬਚਨ ਕਰ ਰਿਹਾ ਕਿ ਨਿਮਕ ਵਿੱਚ ਬੰਦੇ ਦੇ ਪਾਪ ਕੱਟੇ ਜਾਂਦੇ ਆ। ਪਿਆਰਿਓ ਅਸਲ 'ਚ ਉਹ ਨਿਮਕ ਵਾਸਤੇ ਵੀ ਬੜੀ ਇੰਤਜ਼ਾਰ ਕਰਨੀ ਪੈਂਦੀ ਹੈ। ਇਸ ਅਰਜ਼ ਨੂੰ ਸੁਣਿਓ, ਜਿਹਨੂੰ ਆਪਾਂ ਨਿਮਕ ਮਾਤਰ ਕਹਿੰਦੇ ਆ, ਥੋੜਾ ਜਿਹਾ ਸਮਾਂ, ਅੱਖ ਝਮਕਣ ਜਿਤਨਾ ਸਮਾਂ, ਕਿ ਉਸ ਨਿਮਕ ਤੋਂ ਬਾਅਦ ਬੰਦਾ ਫਿਰ ਵਕਾਰਾਂ ਵਿੱਚ ਹੋ ਜਾਂਦਾ? ਨਹੀਂ। ਇਸ ਨਿਮਕ, ਇਹ ਨਿਮਕ ਲਗਾਤਾਰ ਸਿਮਰਨ ਕਰਕੇ, ਜਪ ਕਰਦਿਆਂ ਬੰਦਗੀ ਕਰਦਿਆਂ ਸੇਵਾ ਕਰਦਿਆਂ ਇੱਕ ਨਿਮਕ, ਇੱਕ ਉਹ ਘੜੀ, ਉਹ ਸਮਾਂ ਹੁੰਦਾ ਹੈ ਜਦੋਂ ਇੱਕ ਵਾਰੀ ਇਨਸਾਨ ਵਾਹਿਗੁਰੂ ਬੋਲਦਾ ਹੈ ਤੇ ਸੱਚ ਇਹ ਇੱਕ ਨਿਮਕ ਦਾ ਬੋਲਿਆ ਇਹਦੇ ਕਰੋੜਾਂ ਜਨਮਾਂ ਦੇ ਪਾਪ ਖਤਮ ਕਰ ਦਿੰਦਾ। ਇਸ ਨੂੰ ਥੋੜੀ ਜਿਹੀ ਮੇਰੀ ਬੇਨਤੀ ਨੂੰ ਫਿਰ ਸੁਣਿਓ ਜੀ। ਮੈਂ ਗੱਲ ਕਰਨ ਨਿਮਕ ਦੇ, ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਪੜ੍ਹਨੇ। ਏਕ ਚਿੱਤ ਜੈ ਇੱਕ ਛਿਨ ਧਿਆਇਓ, ਕਾਲ ਫਾਂਸ ਕੇ बीच ना आयो। जिन्हें एक चित इकागर होके एक छिन, सिर्फ एक खिन मात्र करते पुरख वाहिगुरू जी का नाम जपिया जी, वो फिर मौत के बंधन तो मुक्त हो गया। हुण छिन कह लो, निमक कह लो, किनका शब्द वरत लवां, ये थोड़ा जिहा समा आउण वास्ते भी वाहिगुरू की कृपा चाहिदी है। महाराज का एक बचन है कि असीं एक पाठ करने, किनका एक जिस जी बसावै ताकि महिमा गनी ना आवे। किनका दा अर्थ आप थोड़ा जा करने कि थोड़ा जा किसी अंदर नाम वस जाए, निमक मात्र, अख झमकण जितना समा कोई करतार नूं चेते करे, परमात्मा नूं चेते करे, उहदे किल भी कट्टे जांदे आ। प्यारिओ इसलिए बेनती है कि वह निमक जदों हुंदा है उस तो बाद दा जिन्ना जीवन है वह वासना प्रवृत्त नहीं, वह बंदा वकारी नहीं रहिंदा। उस खिन तो बाद जिहड़ा जीवन पलटदा है, आउंदा खिन ही है जी। बस सारी कहानी खिन दे उत्ते है। जदों माता दे उदर विच निवास किया उदों भी खिन ही समा लगा है। याद रखियो, जिदन अंतला सवास निकलना उदन खिन ही लगना है। ते जदों सतगुरु कृपा करदे आ वो समा भी खिन मात्र आउंदा है, उस खिन दे विच सारी जिंदगी पलटी जाती है। इनू थोड़ा जिहा इस अर्ज नूं फिर जी, क्योंकि इत्थे शब्द है निमक। सतगुरां ने बाणी विच भी बचन कीता, अजा मल पापी जग जाने निमक माया निस्तारा, कि अख झमकण दे समय विच अजामल पापी दा पार उतारा हो गया। अख झमकण दा समा सी जी,
ਉਹਦੇ ਪਾਪ ਕੱਟੇਗਾ। ਮੈਂ ਬੇਨਤੀ ਕਰਾਂਗਾ ਇਹਨੂੰ ਥੋੜ੍ਹਾ ਜਿਹਾ ਅਰਜ ਨੂੰ। ਹੁਣ ਜਿਹੜਾ ਇਹ ਨਿਮਕ ਹੈ, ਖਿੰਨਕ ਹੈ, ਬਿਲਕੁਲ ਛੋਟਾ ਹੈ। ਦੇਖੋ ਆ ਜਦੋਂ ਸਰੀਰ ਬਣੇ ਸਾਡੇ ਤੁਹਾਡੇ ਸਾਰਿਆਂ ਦੇ, ਇੱਕ ਨਿੱਕਾ ਜਿਹਾ ਕਤਰਾ ਸੀ ਜੀ। ਸਤਿਗੁਰੂ ਨੇ ਬਾਣੀ ਸ਼ਬਦ ਵਰਤਿਆ, ਰਕਤ ਬਿੰਦ ਕਰ ਨਿੰਮਿਆ, ਇਹ ਸ਼ਬਦ ਅਸੀਂ ਪੜ੍ਹਨੇ ਆ। ਇੱਕ ਨਿੱਕਾ ਜਿਹਾ ਸੀ, ਬਿਲਕੁਲ ਨਿੱਕਾ ਜਿਹਾ ਕਣ ਸ਼ਬਦ ਵਰਤਾ ਸਪਰਮ, ਨਿੱਕਾ ਜਿਹਾ ਹੈ। ਉਹ ਖੁਰਦਬੀਨ ਵੱਲ ਨਹੀਂ ਦੇਖਿਆ ਜਾਂਦਾ, ਖੁਰਦਬੀਨ ਨਾਲ ਲੋਕ ਦੇਖਦੇ ਨੇ ਡਾਕਟਰ, ਪਰ ਉਸ ਨਿੱਕੇ ਜਿਹੇ ਕਣ ਦੇ ਵਿੱਚ ਸ਼ਬਦ ਵਰਤਾਂ ਆਹ ਸਰੀਰ ਲੁਕਿਆ ਹੋਇਆ ਸੀ। ਜਿੰਨੇ ਆਪਾਂ ਬੈਠੇ, ਮੇਰੀ ਬੇਨਤੀ ਤੁਸੀਂ ਘਰਾਂ 'ਚ ਬੈਠੇ ਸੂਝਵਾਨ ਬੜੇ ਪਿਆਰ ਨਾਲ ਸਮਝ ਜਾਓਗੇ। ਇੱਕ ਨਿੱਕਾ ਜਿਹਾ ਕਤਰਾ ਸੀ, ਬਾਪ ਦਾ ਬਿੰਦ, ਇੱਕ ਨਿੱਕਾ ਜਿਹਾ ਕਤਰਾ, ਇੱਕ ਸੈੱਲ। ਹੁਣ ਉਹ ਹੈ ਤਾਂ ਨਿੱਕਾ ਜਿਹਾ, ਪਰ ਉਸ ਨਿੱਕੇ ਜਿਹੇ ਤੋਂ ਬਾਅਦ ਜਦੋਂ ਉਹਨੂੰ ਥਾਂ ਮਿਲ ਗਈ ਮਾਂ ਦੇ ਉਦਰ 'ਚ, ਪਿਆਰਿਓ, ਉਸ ਕਿਨਕੇ ਨੇ ਇੰਨਾ ਕੁ ਵਿਸਤਾਰ ਕੀਤਾ। 10 ਮਾਸੀ 9 ਮਹੀਨਿਆਂ 'ਚ ਜਨਮ ਹੋਇਆ, ਲੰਮਾ ਸਮਾਂ ਉਮਰ ਭੋਗ ਕੇ ਗਿਆ, ਉੱਚੀਆਂ ਪਦਵੀਆਂ ਤੇ ਬੜੀਆਂ ਖੋਜਾਂ ਕੀਤੀਆਂ, ਪਰ ਉਹਦੀ ਸ਼ੁਰੂਆਤ ਤਾਂ ਇੱਕ ਨਿੱਕਾ ਜਿਹਾ ਕਤਰਾ ਹੈ ਨਾ, ਇੱਕ ਨਿਮਕ ਹੈ। ਮੈਂ ਸ਼ਬਦ ਵਰਤਾਂ ਥੋੜਾ ਜਿਹਾ, ਬਸ ਜਿਵੇਂ ਉਸ ਨਿੱਕੇ ਜਿਹੇ ਕਤਰੇ ਵਿੱਚੋਂ ਐਡਾ ਵੱਡਾ ਸਰੀਰ ਪੈਦਾ ਹੋ ਜਾਂਦਾ ਹੈ। ਇੱਕ ਨਿਮਕ ਉਹ ਘੜੀ ਹੈ ਜਿਸ ਤੋਂ ਬਾਅਦ ਪਰਮਾਤਮਾ ਦੀ ਕਿਰਪਾ ਨਾਲ ਆਤਮਿਕ ਜੀਵਨ ਵੱਧਦਾ ਹੈ। ਇੱਕ ਹੋਰ ਉਦਾਹਰਨ, ਆ ਬੋੜ ਆਪਾਂ ਦੇਖਨੇ ਆ ਜੀ, ਬਾਬਾ ਜੀ ਨੇ ਬਟਕ ਸ਼ਬਦ ਵਰਤਿਆ ਬਾਣੀ 'ਚ। ਬੋੜ ਦਾ ਰੁੱਖ ਸਦੀਆਂ ਤੱਕ ਜਿੰਦਾ ਹੈ ਜੀ, ਹਜ਼ਾਰਾਂ ਲੱਖਾਂ ਲੋਕਾਂ ਨੂੰ ਛਾਂ ਦਿੰਦਾ ਹੈ। ਪਰ ਜਿਹੜਾ ਬੋੜ ਦਾ ਦਾਣਾ ਹੈ ਨਾ, ਆਪ ਜੀ ਦੇਖੋਗੇ ਖਸਖਸ ਦੇ ਦਾਣੇ ਨਾਲੋਂ ਖਸਕਾਸ ਦੇ ਦਾਣੇ ਵਰਗਾ ਬਰੀਕ, ਬਿਲਕੁਲ ਛੋਟਾ, ਉਹ ਹੋ ਗਿਆ ਨਿਮਕ। ਸਿਰਫ ਉਦਾਹਰਨ ਦੇ ਨਿੰਮ ਛੋਟਾ ਜਿਹਾ ਨਾ, ਪਰ ਉਸ ਨਿਮਕ ਨੂੰ ਛੋਟਾ ਮਤ ਸਮਝੀਏ, ਉਸ ਦਾਣੇ ਨੂੰ ਬਿਲਕੁਲ ਸੂਖਸ਼ਮ ਮਤ ਸਮਝੀਏ। ਜਦੋਂ ਉਹ ਦਾਣਾ ਜ਼ਮੀਨ ਦੇ ਵਿੱਚ ਚਲਾ ਗਿਆ, ਉਹਦੇ ਵਿੱਚੋਂ ਰੁੱਖ ਨਿਕਲਣਾ ਹੈ। ਹੁਣ ਉਸ ਨਿੱਕੇ ਜਿਹੇ ਦਾਣੇ ਨੇ ਸਦੀਆਂ ਤੱਕ ਲੋਕਾਂ ਨੂੰ ਛਾਂ ਦੇਣੀ ਹੈ, ਉਹਦਾ ਵਿਸਤਾਰ ਹੋਣਾ ਹੈ। ਪਿਆਰਿਓ, ਜਿਵੇਂ ਇੱਕ ਬੋੜ ਦੇ ਬੀਜ ਵਿੱਚੋਂ ਸਦੀਆਂ ਤੱਕ ਜੀਣ ਵਾਲਾ ਰੁੱਖ ਪੈਦਾ ਹੁੰਦਾ ਹੈ, ਜਿਵੇਂ ਨਿੱਕੇ ਜਿਹੇ ਕਤਰੇ ਵਿੱਚੋਂ ਇਨਸਾਨ ਦਾ ਵਜੂਦ ਬਣ ਜਾਂਦਾ ਹੈ, ਜਦੋਂ ਪਰਮੇਸ਼ਵਰ ਦਾ ਨਾਮ, ਉਹ ਘੜੀ ਨਿਮਕ ਮਾਤਰ ਥੋੜਾ ਜਿਹਾ ਸਮਾਂ ਹੁੰਦੀ ਹੈ, ਉਸ ਤੋਂ ਬਾਅਦ ਯਾਦ ਰੱਖਿਓ ਜੀਵਨ ਪਲਟ ਜਾਂਦਾ ਹੈ। ਇਹਦਾ ਮਤਲਬ ਇਹ ਨਹੀਂ ਹੁਣ ਇੱਕ ਵਾਰੀ ਵਾਹਿਗੁਰੂ ਕਿਹਾ ਫਿਰ ਪਾਪ ਕਰਨ ਲੱਗ ਪਿਆ। ਫਿਰ ਅਗਲਾ ਸਵਾਲ ਕਰਦਾ ਜੀ, ਇਹ ਤੁਸੀਂ ਤਾਂ ਕਹਿੰਦੇ ਹੋ ਨਿਮਕ ਮਾਤਰ 'ਚ ਪਾਪ ਕੱਟੇ ਜਾਂਦੇ ਆ, ਆ ਤਾਂ ਇੰਨਾ ਬੋਲਦਾ ਤਾਂ ਵੀ ਪਾਪ ਕਰੀ ਜਾਂਦਾ ਹੈ। ਮੈਂ ਫਿਰ ਅਰਜ਼ ਕਰਾਂਗਾ, ਉਹ ਘੜੀ ਸੁਲੱਖਣੀ ਹੈ, ਉਹ ਸਮਾਂ ਕਿਸੇ ਭਾਗਾਂ ਵਾਲਿਆਂ ਤੇ ਹੁੰਦਾ ਹੈ। ਉਸ ਨਿਮਕ ਤੋਂ ਬਾਅਦ ਬੰਦੇ ਦੀ ਜ਼ਿੰਦਗੀ ਵਿੱਚ ਬਹੁਤ ਵੱਡਾ ਪਲਟਾ ਆ ਜਾਂਦਾ ਹੈ। ਜਿਵੇਂ ਅਸੀਂ ਗੁਰੂ ਇਤਿਹਾਸ ਵਿੱਚ ਪੜ੍ਹਨੇ ਆ, ਅਨੇਕਾਂ ਐਸੀਆਂ ਸ਼ਖਸੀਅਤਾਂ ਨੇ ਜੀ, ਜਿਨ੍ਹਾਂ ਦੇ ਪਹਿਲਾ ਜਿਹੜਾ ਸਮਾਂ ਹੈ ਜਾਂ ਕਰਮ ਨੇ, ਉਹ ਅੱਤ ਦੇ ਮੰਦੇ ਨੇ, ਪਰ ਜਦੋਂ ਉਹ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਮਿਲਦੇ ਆ, ਉਦਾਹਰਨ ਦੇ ਤੌਰ ਤੇ ਅਸੀਂ ਭਾਈ ਸੱਜਣ ਦਾ ਜ਼ਿਕਰ ਕਰ ਲਈਏ। ਹੁਣ ਉਹਦੇ ਤੇ ਜਦੋਂ ਸਮਾਂ ਆਇਆ, ਉਹਨੇ ਨਾ ਤਾਂ ਬਾਬਾ ਜੀ ਨੂੰ ਕੋਈ ਚਿੱਠੀ ਪਾਈ, ਨਾ ਸਤਿਗੁਰੂ ਜੀ ਦੀ ਕੋਈ ਉਹਨੇ ਕਿਹਾ ਜੀ ਦਰਸ਼ਨ ਬਖਸ਼ੋ, ਪਰ ਜਦੋਂ ਸਤਿਗੁਰੂ ਉਹਦੇ ਘਰ ਚਲੇ ਗਏ, ਉਹ ਰਾਤ ਭਰ ਸੌਂਦਾ ਰਿਹਾ। ਪਰ ਇੱਕ ਨਿਮਕ ਐਸਾ ਆ ਗਿਆ ਉਸ ਰਾਤ ਵਿੱਚ, ਥੋਕੋ ਦਮ ਸੱਜਣ ਦੇ ਅੰਦਰ ਨੂੰ ਇੰਨੀ ਕੁ ਵੱਡੀ ਸੱਟ ਵੱਜੀ, ਪਿਆਰਿਓ, ਉਸ ਨਿਮਕ ਨੇ ਠੱਗ ਤੋਂ ਬਤਲਾ ਕੇ ਸੰਤ ਬਣਾ ਕੇ ਰੱਖ ਦਿੱਤਾ। ਮੈਂ ਫਿਰ ਬੇਨਤੀ ਕਰਾਂਗਾ, ਇਸ ਨਿਮਕ ਅਗਲਾ ਨਜ਼ਰ ਆਉਂਦੀਆਂ ਸਨ, ਪਰ ਜੋ ਹਜ਼ੂਰ ਦਾ ਮੁਖ ਦੇਖਿਆ, ਪਿਆਰਿਓ, ਉਹਨੂੰ ਸਿਰਫ ਦੀਦਾਰ ਦਿੱਤੇ ਸਤਿਗੁਰਾਂ ਨੇ। ਇੱਕ ਨਿਮਕ ਐਸਾ ਆ ਗਿਆ, ਜਿਹੜਾ ਬੰਦਾ ਜੋ ਕਰਮ ਕਰਨੇ ਸਮਝੇ ਕਿਰਪਾਵਾਦੀ, ਨਿਮਕ ਕਿਰਪਾਵਾਦੀ, ਨਿਮਕ ਮਾਤਰ ਉਹ ਕਿਵੇਂ, ਸਤਿਗੁਰਾਂ ਦਾ ਇੱਕ ਬਚਨ ਹੈ ਜੀ, ਮਾਤਰ ਉਹ ਕਿਵੇਂ, ਸਤਿਗੁਰਾਂ ਦਾ ਇੱਕ ਬਚਨ ਹੈ ਜੀ, ਘੋਰ ਦੁਖਯੰ ਅਨਕ ਹਤਯੰ ਜਨਮ ਦਾਰਿਦਰੰ, ਕਰੋੜਾਂ ਜਨਮਾਂ ਦੇ ਪਾਪ ਕੱਢ ਦਿੰਦਾ, ਉਹਨੂੰ ਸਾੜ ਕੇ ਰਾਹ ਕਰ ਦਿੰਦੀ ਏ। ਮਹਾਰਾਜ ਕਹਿੰਦੇ ਤੈਨੂੰ ਉਦਾਹਰਨ ਦਿੱਤੀ ਹੈ ਕਿ ਕਰੋੜਾਂ ਜਨਮਾਂ ਦੇ ਪਾਪ ਇਕੱਠੇ ਹੋ ਸਕਦੇ ਆ। ਜਿਵੇਂ ਲੱਕੜਾਂ ਨੂੰ ਲੱਗੀ ਕੋਈ ਨਿੱਕੀ ਜੀ ਅੱਗ ਦੀ ਚਿੰਗਾਰੀ, ਲੱਕੜਾਂ ਉਹ ਰਾਹ ਕਰ ਦਿੰਦੀ ਏ। ਇੱਕ ਨਿਮਕ ਜਦੋਂ ਆ ਜਾਂਦਾ ਹੈ, ਫਿਰ ਇਹੋ ਜੀ ਅੰਦਰ ਦੀ ਚਿੰਗਾਰੀ ਲੱਗਦੀ ਹੈ, ਕਰੋੜਾਂ ਜਨਮਾਂ ਦੇ ਪਾਪ ਸਾੜ ਕੇ ਰਾਹ ਕਰ ਦਿੰਦੀ ਹੈ। ਸਤਿਗੁਰੂ ਜੀ, ਇਹ ਬੇਨਤੀ ਹੈ ਜੀ, ਕਿਉਂਕਿ ਆਪਾਂ ਇੱਕ ਇੱਕ ਤੁਕ ਨਾਲ ਚੱਲ ਰਹੇ ਹਾਂ, ਉਹਦੇ ਅਰਥ ਕਰਦੇ ਹਾਂ। ਮਨ ਨਾਲ
दो कट्टे जाते हैं। सतगुरु गुरु अर्जुन दे काम क्रोध मोह वस किया, किरपन लोभ प्यार, चारे किलविक उन अग किए। संघार है वो दैंत ते कहण बस हुण इहदा कोई इलाज नहीं, ये बंदा ठोक दिओ, इहनूं मार देना चाहिए। महाराज एडी वड्डी बचन करदे आ जी, कहंदे ये तां हद हो गई ना कि हुण बंदे दे बचन दा कोई थां नहीं। समाज कहंदा इहो जिहा माड़ा बंदा नहीं चाहिए सानूं, इहनूं खत्म करो। महाराज कहंदे एक गल चेते रखियो, सजावां हैन, पर जे परमात्मा दी कृपा हो जाए, एडे वड्डे गुनाहगार बंदे उत्ते निमख आ जाए, एक घड़ी एक निमख ओदे ते आ जाए, सतगुरु कहंदे ने एक निमख वाहिगुरू बोले ओदे सारे पाप कट्टे जा सकते हैं। फिर अर्ज है, काम क्रोध मोह वस किया, किरपन लोभ प्यार, चारे किलविक उन अग किए, होवा असुर संघार। पोथी गीत कबित किछ, कदी उन्हें धर्म पोथी नहीं पढ़ी, परमात्मा की सिफत दे गीत नहीं गाए। पोथी गीत कबित किछ, कदे ना करन धरिया, ते सतगुरु कहते चित आवे ओस पार ब्रह्म तां निमख। मैं सिर्फ अज बेनती कर रहा हूं, निमख भागां वालियां नूं मिलदा है, वो निमख ही मंगना चाहिए जी। चित आवे ओस पार ब्रह्म तां निमख सिमरत धरिया। पहलियां दो तुकां दे अर्थ हो गए जी कि इस संसार विच खोजदियां खोजदियां खोज के इस नतीजे ते पहुंचे खां कि वाहिगुरू जी का नाम ही सब तो श्रेष्ठ है। दूसरा कि जेड़ा इंसान गुरु जी दे सन्मुख होके निमख मात्र करतार दी इबादत करेगा, उस दे सारे पाप कट्टे जाणगे। हर रस पीवो पुरख ज्ञानी। अगे धन गुरु अर्जुन दे महाराज कह रहे ने, हर रस पीवो पुरख ज्ञानी। ये रहाओ दे बचन शुरू हो गए। हर रस का अर्थ है खरी दा रस, पीवो का अर्थ है पीना करो, पुरख ज्ञानी का अर्थ है भले पुरुषो, आत्मक सोझी रखन वाले ज्ञानी पुरुषो। परमात्मा दे नाम दे रस नूं पीओ, परमेश्वर दे नाम दा रस माणो। हरस पीवो पुरख ज्ञानी, आत्मक सोझी वालिया तू खरी रस नूं पीना कर। सुन सुन महा त्रिपत मन पावै। हजूर बचन कर रहे ने, जदों तू परमात्मा दा वाहिगुरू जी दा नाम सुनेगा, जेड़ा मन भटकदा पिया ना, ये मन मां सुख भी चला जाएगा, ये तृप्त हो जाएगा, ये रज जाएगा। सच्चे गुरमुखो, नाम विच ही बरकत है कि जेड़ी इस मन की भटकना खत्म करके इस मन नूं टिका देंदा है नाम, ते रस विच मगन करदा है। साधु अमृत बानी। हुण अगले बचन साधु अमृत बानी। इत्थे सतगुरां ने बाणी नहीं शब्द नन्ना वरतिया, नाना नहीं, जो भाई साहब ने पाठ किया शुद्ध है। हजूर सच्चे पातशाह कहंदे कि पुरख ज्ञानियों हरी रस नूं चखो, परमेश्वर दे नाम नूं सुनो, ये मन जेड़ा भटकदा होया टिक जाएगा। ते नाल बचन कीता कि सतगुरां दी अमृत बाणी, साधु अमृत बाणी, सतगुरु रूप साधु, उन्हां दे अमृत बचनां नूं तुसीं सुनना करो, उन्हां नूं विचारना करो। इस बाणी दे सुन नाल सतगुरु कहंदे साडा मन टिक जाएगा। देखो, एक तां दो बेनतियां इस तुक दियां करनियां ने। एक हर रस, प्यारिओ बंदे दी जिंदगी रस उत्ती खलोती हुई है। सच्ची आ शरीर सारा जिहड़ा है ना, ये रसां विच ही गलतान है जी। एक एक इंद्रा रस विच मस्त है। अखां जिहड़ियां ने ये रस नहीं लैंदियां, ये पर तन नूं देखदियां ने, पर धन नूं देखदियां ने, आ बाहर दे नज़ारे देखदियां ने। ते असीं शब्द वरतने आ जी, ये अखां भी अपना रस लै रहीआं, कन जिहड़े ने वो भी अपना रस लै रहे आ सुनदा। पर यह गल वखरी कि जिहो जिहा किसी का मन होवेगा उहो जिहा इंद्रे रस लैणगे। फिर अर्ज है, जे मन मैला है तो अखां दा रस होर है, जे मन निर्मल ते शब्द विच भिजा होया है तो फिर अखां दा रस होर है। जे मन मैला है फिर पर धन ते पर तन दा रस मानदा है। जे सतगुरां ने कृपा की, मन निर्मल ते इबादत वाल जुड़िया है, फिर गुरु जी दे दर्शन, संगत दे दर्शन, फिर परमात्मा दे दीदार ते गुरु दे दर्शनां दा रस मानदा है। जे मन मैला है तो फिर कन्नां दा रस होर है, फिर निंदिया चुगली गंधन वैण गीत
ये फिर यही सुनी जाता है, जे मन निर्मल है तो फिर कन्ना दा रस परमेश्वर दा कीर्तन है, फिर कन्ना दा रस वाहिगुरू जी दी सिबत है। जे मन मैला है तो जीव दा रस कूड़ है, आ पदार्थां दे रस चखदी आनंद च रहिंदी है। पर जे मन पवित्र हो गया, सिमरन वाल झुकिया, तो गुरमुखो इस रसना दा रस परमात्मा दा नाम बन जाएगा। मैं इस करके बेनती की कि हर इंद्रे दा आपो अपना रस, सारे शरीर दा जी, पैर दे अंगूठे तो लैके सिर दी चोटी तक पूरा शरीर जिहड़ा इह रस विच मस्त है, मगन है। एक शरीर नूं बाबा जी ने तो एक बचन किया, कहंदे ने रस सोयना रस रूपा कामन रस परमल की वास, रस घोड़े रस सेजा मंदर रस मीठा रस मास, एते रस शरीर के कै घट नाम निवास। हुण इस तुक नूं फिर ध्यान नाल सुनियो, परमेश्वर दा नाम दा रस हर च, वैसे तो गुरमुखो हर प्रश्न का उत्तर ना बाणी च है। प्रिंसीपल तेजा सिंह हुणी एक गल लिखते ने अपने, उन्हें लेखा में कई लेखा में गल कोट की, मैनूं बड़ी चंगी लगी उन्होंने कि असल डॉक्टर तारन सिंह हुणी भी कि जदों असीं बाणी का पाठ करने, ठीक है, असीं हुण कथा करने, गुरमुख विद्वान आप कोल आउंदे आ, असीं अखरी अर्थ करने, पर दानश्वर लोग ये कहिंदे आ, जिहड़ा सच्चा मुसलमान है, रब दे भै च जीण वाला है, वो एक गल कहंदा, जे उहनूं पुछो जी कुरान का सब तो उत्तम टीका किहड़ा है, आपां भी कहने जी सब तो उत्तम अर्थां वाला किहड़ा टीका पढ़ीए, तो सियाणा मुसलमान रूहानी मुसलमान ये गल कहंदा है, कुरान का सब तो उत्तम टीका है कुरान दे अर्थ कुरान विचों लभो। इस बेनती नूं सुनियो, एक अर्थ असीं टीकियां च पढ़ने, कथावाचकां तो सुनने, असीं बोलने। गुरमुखो एक है जदों गुरु साहिब दी अमृत बाणी दा पाठ आपां करांगे, सच एवे कि गुरबाणी दे अर्थ खुद आपे ही गुरबाणी करी जाती है। हुण एक प्रश्न है भी रस क्यों नहीं आउंदा, स्वाद क्यों नहीं आउंदा। पिछले दिन एक सज्जन ने एक सवाल किया, जी कथा तुसीं कहंदे हो रस क्यों नहीं आउंदा। मैनूं एक हाथ जोड़ के बेनती की, गुरमुखो हर उत्तर, हर सवाल का उत्तर नहीं कथावाचक दे सकता, सच है। रूहानियत के उत्तर देने कोई खाला जी का वाड़ा है, असीं तां खब्बे सज्जों पकड़ के उदाहरण दे देने। तो मैं एक बेनती की सी जी, रस भरना साडे उद्यम नाल नहीं। मान लो मैं कहा जी मेरे नितनेम च रस किवें भर जाए, आपां कहांगे किवें रस आवे। मैं एक बेनती करांगा, इस किवें दा उत्तर की दे सकने आ जी। हाँ, गुरबाणी सानू इशारे करदी है। मान लो असीं एक खेत विच बाग ला दिता, जां फल दा रुख ला दिते, अंगूर दियां वेलां ला दित्तियां, अनार ला दिते, अंब ला दिते, अमरूद ला दिते, फल दा रुख। गुरमुखो उस धरती नूं तुसीं वाह सकदे हो, उद्यम कर सकदे हो, उस नूं खाद पा सकदे हो, पानी पिला सकदे हो, उस बाग दे दुआले वाड़ कर सकदे हो। जे कीड़ा लगे, बीमारी लगे, दवाई छिड़क सकदे हो, पर रस आप भर सकने हैं जी। रस सूरज दीयां किरणां ने भरना है, बंदे दा बस काम नहीं। असीं दवाई ला सकने आ, साडा काम है सिखां। गुरु जी ने कहा बजर करैतां चारां तो बच, गुरु साहब ने कहा अमृत वेले उठ के नाम जप, गुरु साहब ने कहा तू बाणी पढ़। उद्यम कर सकने आ, पर मेरी बेनती जे रुख नूं पानी खाद दवाई दिती जा सकदी है, रस सूरज दीयां किरणां ने भरना है। आपां गुरु दे दिते हुए बचन नूं कमाना शुरू कर दिए, रस असां नहीं भरना, रस गुरु दी किरपा ने भरना है। मेरी फिर अर्ज है, इस नूं सोहना जिहा सुनियो। असीं आनंद साहिब दा पाठ करने, आवो सिख सतगुरु के प्यारिओ गावो सच्ची बाणी, रोज पाठ करने जी। मैं हुण रहाउ दीआं तुकां दे अर्थ कर रहा जी कि पुरख ज्ञानियों निंदिया चुगली दा रस छड्ड दिओ, स्टेजां ते बह के एक दूजे की पग लानी छड्ड दिओ। ये पुरख ज्ञानियों टेक के वाहिगुरू जी दे नाम दे रस विच जुड़ो, उस नाम दे रस विच जाओ। हजूर सच्चे पातशाह महाराज, मैं फिर अर्ज की सी पाठ करने, आवो सिख सतगुरु के प्यारिओ। ये उद्यम तुसी करो। की उद्यम करो? गावो सच्ची बाणी। गुरु अमरदास जी बचन कर दिया सच्चे पातशाह, सच्ची बाणी नूं गाओ। आवो सिख सतगुरु के प्यारिओ गावो सच्ची बाणी। केड़ी बाणी तां गावो गुरु केरी,
गुरु जी की बाणी, बाणियां सिर बाणी। हुण इत्थे अगली तुक ध्यान नाल पढ़ियो, आप सारे नाल तुक पढ़ रहे हो। सिख उद्यम नाल बाणी पढ़ रहा, महाराज ने बख्शिश की, पर हिरदे विच किवें जाएगी? इत्थे नहीं क्या तू हिरदे विच आप, महाराज कहते जिन को नदर कर्म होवे हिरदे तिना समाणी, उन्हां दे हिरदे च समाएगी जिहदे ते किरपा हो जाएगी। मैं अर्ज करा, सतगुरु जी ने इत्थे बख्शिश की है। रस कित्थे होना जी? पूरे दा पूरा शरीर तां प्रवृत्त होया पिया। महाराज कहते रस सोयना रस रूपा कामण, किसी नूं यही अंदर दी बिरती बनी पई है, सोना मेरे कोल वध होना चाहिए, गल च सोना, कन्ना सोना, पैर सोना। कई तो इहो जिहा भारत विच बंदे ने जिहड़े सोने दीयां जाकटां पा के तुरे फिरदे आ। हाँ जी, कोई सोने दीयां गड्डियां मड़ी फिरदा है। मैं बेनती करांगा, रस सोयना रस रूपा, रूपा दा अर्थ चांदी, किसी नूं यही रस लगा है, किसी नूं सारा दिन रस, खिमा करियो मैं शब्द वरतन लगा, पर तानू वेखण दी रस चंबड़िया होया। ये अवैड़ा मन, भैड़ा मन संगत विच बैठा भी डोली जाता है। तो महाराज कहते नाल तू पुछी जाना नाम दा रस किवें आएगा? रस सोयना रस रूपा कामण, रस परमल की वास, कईयां नूं यही रस चंबड़िया होया सुगंधी दा। रस घोड़े, सवारी बड़ी चंगी होनी चाहिए। रस सेजा मंदर, सोहनी सेज होनी चाहिए। घर मेरा सब तो वड्डा होना चाहिए। रस मीठा, रस मास, किसी नूं यही रस चंबड़िया मिठास दा, किसी नूं यही रस चंबड़िया मास दा। ते बाबा जी कहते हैं वार वार तर्क करी जाना, नाम दा रस नहीं आउंदा। कदी इस भैड़े मन वाल झाती मारे तो इन्ना कुछ पोटली बनी बैठे। रस सोयना रस रूपा कामण, रस परमल की वास, रस घोड़े रस सेजा मंदर, रस मीठा रस मास, एते रस शरीर के कह कट नाम निवास। नाम वाली तो थां ही नहीं बची, शरीर तो होर रसां नाल भरिया है। मैं आपनूं बेनती करांगा, नाम दा रस, सतगुरु कहंदे ने कि पुरख ज्ञानी पुरुषो इस नाम दे रस नूं पीओ। असी बाबा फरीद साहब जी का जिक्र करने जी, जिन्होंने गुरु ग्रंथ साहब की बाणी विच जिहड़ा सरलेख दिता है वो शेख फरीद है। असी पढ़ने बाणी शेख फरीद की जा सलोक बाबा जी दे। उन्हां दा पूरा नाम है शेख, पूरा नाम है शेख फरीदुद्दीन मसूद गंजे शक्कर। बाबा जी का पूरा नाम के शेख फरीदुद्दीन मसूद गंजे शक्कर। गंजे शक्कर दा अर्थ शक्कर दा खजाना। थोड़ा नाम दा रस की गल चली तां मैं रुक गया। असी एक साखी सारे सुनाने हैं। उंज वैसे मैं एक बेनती करांगा जी, बाबा फरीद साहब बारे बहुत सारा काम होया है, पाकिस्तान विच भी भारत विच भी। चलो ना रहन तो गुरेज नहीं करना चाहिए, जिहड़ा पॉजिटिव है। प्रोफैसर प्रीतम सिंह होनी जिन्ना क काम उन्हां बाबा फरीद साहब ते कीता, उस तो अगे भी होणगे जो मेरी जानकारी अनुसार, ते मेरी जानकारी दा अर्थ सीमा नहीं। उन्होंने कमाल कर दी बाबा फरीद साहब का जीवन लिखदे। उन्होंने वो भी बचन जेड़े अरबी विच ने उन्होंने भी संग्रह किया। बड़ी पढ़न वाली किताब है जी। मैं बेनती करा गल असी बाबा जी की शब्द वरतने गंजे शक्कर, शक्कर का खजाना। ये एक तो एक कहावत जी चली आती है, चलो मनौत है जां इतिहास में कहा जाता है कि बाबा फरीद साहब की माँ कहती सी नमाज पढ़ो तो बेटा खाण वास्ते शक्कर मिलेगी। सारी असी जानते हैं जी, सारी ये प्रचलित है पूरे सिख समाज में कि शक्कर मिलेगी। उन सियाणे कहते शक्कर गंज का एक तो नाम कहते ये शक्कर करके, पर दो गल्लां होर ने। कहते ने रोजे रखे सन ते रोजा तोड़ना सी ते खाण नूं कुछ नहीं सी। जमीन तो पकड़ के मिट्टी का ढेला मूँह च पाया, उहदा शक्कर वर्गा स्वाद आया, तां कहन लगे जी वो गंजे शक्कर है। पर जिहड़ी गल बड़ी कमाल दी है असल च, बाबा फरीद साहब उन्हां दी जबान इन्नी मिठी सी जी शक्कर वर्गी। शक्करगंज तां ने उन्हां दी जबान इन्नी मिठी सी। सच एवे कि बाबा फरीद साहब जदों बोलदे सन इन्नी मिठी जबान सी कि बंदा उन्हां दे बोलां दे नाल कीलिया जांदा सी। इहदा मतलब सी वो शक्करगंज के अंदर मिठास का खजाना है, उहदे कोल उन्हां दा बचन है। उन्हां सारियां मिठियां चीज़ां का जिक्र किया।
ਪਰ ਰੱਬ ਦੇ ਨਾਮ ਦੇ ਬਰਾਬਰ ਕੁਝ ਵੀ ਨਹੀਂ। ਸ਼ਲੋਕ ਤੁਸੀਂ ਪੜ੍ਹਦੇ ਹੋ, ਸ਼ੱਕਰ, ਖੰਡ, ਨਿਵਾਤ, ਗੁੜ। ਸ਼ੱਕਰ ਕਹਿ ਲੋ, ਖੰਡ ਕਹਿ ਲੋ, ਨਿਵਾਤ ਮਿਸਰੀ ਕਹਿ ਲੋ, ਗੁੜ ਕਹਿ ਲੋ, ਮਾਝਾ ਦੁੱਧ, ਮੱਝ ਦਾ ਦੁੱਧ। ਸ਼ੱਕਰ, ਖੰਡ, ਨਿਵਾਤ, ਗੁੜ, ਮਾਖਿਓ, ਮਾਝਾ ਦੁੱਧ। ਮਰ ਉਹ ਕਹਿੰਦੇ ਸਭੇ ਵਸਤੂ ਮਿੱਠੀਆਂ, ਰੱਬ ਨਾ ਪੁੱਜਣ ਤੁਧ। ਸਾਰੀਆਂ ਚੀਜ਼ਾਂ ਮਿੱਠੀਆਂ ਨੇ, ਪਰ ਮੇਰੀ ਬੇਨਤੀ ਹੈ ਪਰਮਾਤਮਾ ਦੇ ਨਾਮ ਤੇ ਤੁਲ ਕੁਝ ਵੀ ਨਹੀਂ। ਇੱਥੇ ਸਤਿਗੁਰੂ ਕਹਿੰਦੇ ਨੇ, ਹੇ ਪੁਰਖ ਗਿਆਨੀਓ, ਤੁਸੀਂ ਨਾਮ ਰਸ ਪੀਓ। ਮੈਂ ਅੱਜ ਇੱਕ ਬੇਨਤੀ ਕਰਾਂ, ਕੱਲ ਵੀ ਗੁਰੂ ਰਾਮਦਾਸ ਜੀ ਦੀਆਂ ਸਿਫਤਾਂ ਕੀਤੀਆਂ। ਇੱਥੇ ਨਾ ਮਹਾਰਾਜ ਜਦੋਂ ਸੇਵਾ ਕਰਾ ਰਹੇ ਸਨ ਨਾ ਜੀ, ਇਹ ਅੰਮ੍ਰਿਤਸਰ ਸਰੋਵਰ ਦੀ ਸੇਵਾ ਹੋ ਰਹੀ ਸੀ। ਆਪ ਨੂੰ ਪਤਾ ਹੈ ਗੁਰੂ ਦਰਬਾਰ ਸਵੇਰੇ ਸ਼ਾਮ ਸਜਦੇ ਸਜਦਾ ਹੈ। ਸਵੇਰੇ ਕੀਰਤਨ ਹੋਣਾ, ਸ਼ਬਦ ਵਿਚਾਰ ਹੋਣੀ, ਸੰਗਤਾਂ ਨੇ ਮਹਾਰਾਜ ਜੀ ਨੂੰ ਮਿਲਣ ਦਾ ਸਮਾਂ ਵੀ ਸੀ ਜੀ, ਜਿੱਥੇ ਆਪਣੀਆਂ ਬੇਨਤੀਆਂ ਸਿੱਖ ਸੰਗਤਾਂ ਆ ਕੇ ਕਰਦੀਆਂ ਸਨ। ਮਹਾਰਾਜ ਸੱਚੇ ਪਾਤਸ਼ਾਹ ਇੱਥੇ ਸੇਵਾ ਕਰਾ ਰਹੇ ਨੇ ਜੀ, ਤੇ ਦਰਬਾਰ ਸਜਿਆ ਹੈ। ਸਵੇਰੇ ਸ਼ਾਮ ਰੂਹਾਨੀ ਰਹਿਮਤ ਵਰਦੀ ਦੀਵਾਨ ਵਿੱਚ ਸਾਧ ਸੰਗਤ ਕਿ ਉਸ ਵਕਤ 4 ਸਿੱਖ ਧੰਨ ਗੁਰੂ ਰਾਮਦਾਸ ਜੀ ਦੇ ਚਰਨਾਂ 'ਚ ਆਏ। ਤੇ ਮੈਨੂੰ ਚਲੋ ਲਾਈਵ ਬੇਨਤੀ ਨਹੀਂ ਸੀ ਕਰਨੀ ਚਾਹੁੰਦਾ, ਕਥਾ ਦਾ ਰਸ ਮੁੱਕਦਾ ਹੈ। ਜੇ ਪ੍ਰਬੰਧਕ ਕਹਿੰਦੇ ਨਾ ਵੀ ਆਪਾਂ ਪਿੱਛੇ ਬਈਏ ਤੇ ਬਹਿ ਜਾਇਆ ਕਰੀਏ, ਸਹਿਯੋਗ ਦੇਣ ਦਾ ਚੰਗਾ ਹੁੰਦਾ ਹੈ ਜੀ, ਕਿਉਂਕਿ ਉਹ ਵਾਰ-ਵਾਰ ਆ ਕੇ ਉਠਾਉਂਦੇ ਆ, ਕਥਾ ਵਿੱਚ ਵੀ ਡਿਸਟਰਬੈਂਸ ਹੁੰਦੀ ਹੈ। ਮੇਰੀ ਬੇਨਤੀ ਹੈ ਜੀ, ਇਹ 4 ਸਿੱਖ ਮਹਾਰਾਜ ਜੀ ਦੇ ਚਰਨਾਂ 'ਚ ਆਏ। ਇੱਕ ਭਾਈ ਜਾਪਾ, ਇੱਕ ਭਾਈ ਤੁਲਸਾ, ਇੱਕ ਭਾਈ ਮਈਆ ਤੇ ਇੱਕ ਭਾਈ ਨਈਆ। 4 ਸਿੱਖਾਂ ਦਾ ਜ਼ਿਕਰ ਕੀਤਾ ਜਾਂਦਾ ਇਤਿਹਾਸ ਵਿੱਚ। ਮਹਾਰਾਜ ਸੱਚੇ ਪਾਤਸ਼ਾਹ ਬੈਠੇ ਆ ਜੀ ਸੇਵਾ ਕਰਾ ਕੇ। ਇਹ 4 ਕੋਲ ਆ ਗਏ। ਸਤਿਗੁਰਾਂ ਨੇ ਕਿਹਾ ਆਓ ਬੈਠੋ। ਨਮਸਕਾਰ ਕੀਤੀ ਤੇ 4 ਦਾ ਇੱਕੋ ਪ੍ਰਸ਼ਨ ਸੀ, ਮਹਾਰਾਜ ਜੀ, ਸਤਿਗੁਰੂ ਗੁਰੂ ਰਾਮਦਾਸ ਜੀ, ਅਸੀਂ ਬੇਨਤੀ ਕਰਨੇ ਆ 4, ਪਰ ਬੇਨਤੀ ਇੱਕੋ ਹੀ ਹੈ। ਭਾਈ ਤੁਲਸਾ ਜੀ ਅੱਗੇ ਹੋ ਕੇ ਕਹਿੰਦੇ ਆ, ਸਤਿਗੁਰੂ ਗੁਰੂ ਰਾਮਦਾਸ ਜੀ, ਸਾਨੂੰ ਇਹ ਸਮੱਤ ਦਿਓ, ਸਾਡਾ ਮਨ ਨਾਮ ਦੇ ਰਸ ਵਿੱਚ ਕਿਵੇਂ ਜਾਏ। ਚਲੋ ਜਿਵੇਂ ਕਿਵੇਂ ਸ਼ਬਦ ਆਪਾਂ ਵੀ ਵਰਤੇ, ਸੱਚੇ ਪਾਤਸ਼ਾਹ ਇਹ ਮਨ ਟਿਕੇ ਕਿਵੇਂ, ਇਹ ਭਟਕਦਾ ਰਹਿੰਦਾ ਹੈ। ਤੇ ਆਪ ਜੀ ਕਹਿੰਦੇ ਹੋ ਪ੍ਰਵਿਰਤ ਵਿੱਚ ਨਿਰਵਿਰਤ ਰਹਿਣਾ ਹੈ। ਫਿਰ ਅਰ ਸੁਣਿਓ, ਗ੍ਰਸਥ ਵਿੱਚ ਰਾਤੀ ਵੀ ਅਕਾਲ ਤਖਤ ਸਾਹਿਬ ਤੇ ਕਿਹਾ ਸਾਡੀਆਂ ਲਾਵਾਂ ਪ੍ਰਵਿਰਤੀ ਵਿੱਚ ਨਿਰਵਿਰਤੀ ਨੇ। ਫਿਰ ਅਰ ਸੁਣਿਓ, ਹਰ ਪਹਿਲੜੀ ਲਾਮ ਪ੍ਰਵਿਰਤੀ ਕਰਮ ਦੜਾਇਆ ਬਲਰਾਮ ਜੀਓ। ਪ੍ਰਵਿਰਤ ਦਾ ਅਰਥ ਹੁੰਦਾ ਹੈ ਵਿੱਚ ਪ੍ਰਵੇਸ਼ ਕਰਨਾ, ਤੇ ਨਿਰਵਿਰਤ ਦਾ ਅਰਥ ਹੁੰਦਾ ਨਿਰਲੇਪ ਰਹਿਣਾ। ਸਿੱਖ ਪ੍ਰਵਿਰਤ ਵੀ ਰਹਿੰਦਾ ਤੇ ਸਿੱਖ ਨਿਰਵਿਰਤ ਵੀ ਰਹਿੰਦਾ। ਪ੍ਰਵਿਰਤ ਹੈ ਆਪਣੇ ਬੱਚਿਆਂ 'ਚ ਆਪਾਂ ਰਹਿੰਦੇ ਹਾਂ, ਕੰਮ ਕਾਜ ਕਰਦੇ ਹਾਂ, ਤੇ ਨਿਰਵਿਰਤੀ ਦਾ ਅਰਥ ਹੈ ਕਿ ਇਹਨਾਂ ਨਾਲ ਮੋਹ ਪਾ ਕੇ ਨਾ ਰਵੇ ਸੰਸਾਰ ਵਿੱਚ, ਪ੍ਰਵਿਰਤ ਰਵੇ, ਪਰ ਇਸ ਪ੍ਰਵਿਰਤੀ ਵਿੱਚ ਉਹਦੀ ਨਿਰਵਿਰਤੀ ਹੋਵੇ, ਮੁਹੱਬਤ ਤੇ ਕਰਤਾਰ ਨਾਲ ਕਰਦਾ ਹੋਵੇ। ਇਹਨੂੰ ਜਿਵੇਂ ਆਪਾਂ ਕਹਿੰਦੇ ਆ ਹੱਥ ਕਾਰ ਵੱਲ ਤੇ ਚਿੱਤ ਕਰਤਾਰ ਵੱਲ, ਹੱਥ ਕਿਰਤਕਾਂ ਵੱਲ ਹੋਣ ਤੇ ਮਿੱਤਰਤਾ। ਉਹਦੇ ਨਾਲ ਰਾਤੀ ਮੈਂ ਅਰਜ਼ ਵੀ ਕੀਤੀ ਕਿ ਸਾਰੇ ਅਸੀਂ ਉਦਾਹਰਨਾਂ ਦਿੰਦੇ ਹਾਂ ਜੀ ਵਿਆਹ ਵੇਲੇ, ਕਿ ਜਿਵੇਂ ਮੁਰਗਾਬੀ ਪਾਣੀ ਵਿੱਚ ਨਿਰਲੇਪ ਹੈ, ਜਿਵੇਂ ਕਮਲ ਦਾ ਫੁੱਲ ਨਿਰਲੇਪ ਹੈ। ਤੇ ਮੇਰੇ ਮਨ 'ਚ ਆਇਆ ਵੀ ਪਾਣੀ ਤੇ ਦੋਨਾਂ ਨੂੰ ਛੂੰਹਦਾ ਹੈ। ਮੁਰਗਾਬੀ ਜਦੋਂ ਪਾਣੀ 'ਚ ਆ ਕੇ ਬੈਠਦੀ ਹੈ, ਉਹਦੇ ਪੈਰ ਪਾਣੀ ਵਿੱਚ ਹੁੰਦੇ ਨੇ, ਉਹਦੇ ਜਿਸਮ ਦਾ ਥੱਲੇ ਵਾਲਾ ਹਿੱਸਾ ਜਿਹੜਾ ਹੈ ਉਹ ਪਾਣੀ 'ਚ ਹੁੰਦਾ ਹੈ। ਉਹਦੇ ਪੈਰ ਪ੍ਰਵਿਰਤ ਨੇ ਪਰ ਖੰਭ ਨਿਰਵਿਰਤ ਨੇ। ਫਿਰ ਅਰ ਸੁਣਿਓ, ਪੈਰ ਜਿਹੜੇ ਨੇ ਪਾਣੀ 'ਚ ਨੇ, ਪਰ ਜਿਹੜੇ ਉਹਦੇ ਖੰਭ ਨੇ ਉਹ ਪਾਣੀ ਤੋਂ ਨਿਰਲੇਪ ਨੇ। ਉਹ ਪਾਣੀ ਵਿੱਚ ਰਹਿੰਦੀ ਹੋਈ ਵੀ ਜਦੋਂ ਚਿੱਤ ਆਉਂਦਾ ਉਦੋਂ ਉਡਾਰੀ ਮਾਰ ਜਾਂਦੀ ਹੈ। ਕਮਲ ਦਾ ਫੁੱਲ ਪਾਣੀ ਵਿੱਚ ਹੈ, ਪ੍ਰਵਿਰਤ ਹੈ। ਚਿੱਕੜ ਵਿੱਚ ਉਹਦੀਆਂ ਜੜ੍ਹਾਂ ਨੇ ਜੀ, ਪਰ ਹੈ ਉਹ ਚਿੱਕੜ ਦੀਆਂ ਜੜ੍ਹਾਂ ਵਿੱਚ, ਚਿੱਕੜ ਵਿੱਚ ਉਹਦੀਆਂ ਜੜ੍ਹਾਂ ਨੇ, ਪ੍ਰਵਿਰਤ ਹੈ। ਪਰ ਉਸ ਪ੍ਰਵਿਰਤੀ ਵਿੱਚ ਉਹਦਾ ਜਿਹੜਾ ਫੁੱਲ ਹੈ ਨਾ, ਸ਼ਿਖਰ ਹੈ, ਉਹ ਨਿਰਵਿਰਤ ਰਹਿੰਦਾ ਹੈ। ਉਹ ਉੱਪਰ ਸੂਰਜ ਵਾਲੀ ਧਿਆਨ ਰੱਖਦਾ ਹੈ। ਮੇਰੀ ਫਿਰ ਬੇਨਤੀ, ਪ੍ਰਵਿਰਤੀ ਵਿੱਚ ਨਿਰਵਿਰਤੀ ਤੇ ਗੁਰੂ ਰਾਮਦਾਸ ਜੀ ਨੇ ਬਖਸ਼ਿਸ਼ ਕੀਤੀ। ਉਹ ਤਿੰਨੇ 4 ਸਿੱਖ, ਭਾਈ ਮਈਆ, ਭਾਈ ਤੁਲਸਾ, ਭਾਈ ਜਾਪਾ, ਭਾਈ ਨਈਆ, ਕਹਿੰਦੇ ਸਤਿਗੁਰੂ ਜੀ ਸਾਡੇ 4 ਦਾ ਇੱਕੋ ਹੈ, ਅਸੀਂ ਇਕੱਠੇ ਅਭਿਆਸ ਕਰਨੇ ਆ, ਸੇਵਾ ਕਰਨੇ ਆ, ਧਰਮਸ਼ਾਲਾ ਜਾਂਦੇ ਆ, ਪਰ ਸਾਡੀ ਬੇਨਤੀ ਗੁਰੂ ਰਾਮਦਾਸ ਜੀ ਮਨ ਕਿਵੇਂ ਟਿਕੇ। ਸੱਚ ਕਹਿ ਦਿੱਤਾ, ਕਈ ਵਾਰੀ ਅਭਿਆਸ ਵਿੱਚ ਟੋਟਾ ਆ ਜਾਂਦਾ ਜੀ, ਚਿੱਤ ਨਹੀਂ ਮੰਨਦਾ, ਹੁੰਦਾ ਇਸ ਤਰ੍ਹਾਂ ਹੈ ਜੀ। ਕਈ ਵਾਰੀ ਬੰਦਾ ਨਿਤਨੇਮ ਕਰਨ ਨੂੰ ਵੀ ਕਈਆਂ ਦਾ ਦਿਲ ਕਰਦਾ, ਬੱਧਾ ਚੱਟੀ ਕਹਿੰਦਾ ਹੁਣ ਕੰਮ ਨਿਬੜ ਜਾ ਛੇਤੀ। ਅੰਦਰ ਵਾਲਾ ਜਿਹੜਾ ਧੁਰ ਅੰਦਰ ਨਹੀਂ ਮੰਨਦਾ,
ਸਤਿਗੁਰੂ ਨੇ ਪੰਜਾਂ ਨੂੰ ਉਪਦੇਸ਼ ਦਿੱਤਾ। ਕਹਿੰਦੇ ਨੇ ਗੁਰਸਿੱਖੋ, ਇੱਥੇ ਧਰਤੀ ਤੇ ਇਹ ਮਨ ਟਿਕ ਜਾਏਗਾ। ਇਹ ਇਤਿਹਾਸਕ ਬੋਲ ਨੇ। ਕਹਿੰਦੇ ਨੇ ਜਿਵੇਂ ਤੁਸੀਂ ਆਪਣੇ ਘਰਾਂ ਵਿੱਚ ਕੰਮ ਕਰਦੇ ਹੋ, ਚਾਰਾਂ ਨੂੰ ਕਹਿੰਦੇ ਆ ਤੁਸੀਂ ਕਿਰਤ ਕਰਦੇ ਹੋ ਨਾ? ਕਹਿੰਦੇ ਜੀ ਮਹਾਰਾਜ ਕਰਨੇ ਆ। ਕਹਿੰਦੇ ਨੇ ਕਦੀ ਤੁਹਾਡਾ ਚਿੱਤ ਕੀਤਾ ਹੈ ਵੀ ਅੱਜ ਘਰ ਦੇ ਕੰਮ ਛੱਡ ਦਈਏ? ਘਰਾਂ ਵਿੱਚ ਕੰਮ ਕਰਦੇ ਹੋ, ਜੇ ਘਰ 'ਚ ਝਾੜੂ ਰੋਜ਼ ਲਾਇਆ ਜਾਂਦਾ ਹੈ, ਸਫਾਈ ਰੋਜ਼ ਕੀਤੀ ਜਾਂਦੀ ਹੈ, ਖੇਤਾਂ ਵੀ ਤੁਸੀਂ ਰੋਜ਼ ਜਾਂਦੇ ਹੋ, ਜਿਵੇਂ ਬੀਬੀਆਂ ਸਵਾਣੀਆਂ ਘਰ ਵਿੱਚ ਲਗਾਤਾਰ ਕੰਮ ਕਰਦੀਆਂ ਨੇ, ਜੇ 4 ਦਿਨ ਘਰ ਵਿੱਚ ਪੋਚਾ ਨਾ ਮਾਰਨ ਤੇ ਘਰ ਦੀ ਹਾਲਤ ਕੀ ਹੋਵੇਗੀ? ਭਾਵੇਂ ਕਮਰਾ ਬੰਦ ਵੀ ਹੋਵੇ, ਬੰਦ ਕਮਰੇ ਵਿੱਚ ਵੀ ਸਫਾਈ ਨਾ ਕਰੋ ਤੇ ਧੂੜ ਦੇ ਕਿਣਕੇ ਆ ਜਾਂਦੇ ਆ। ਤੇ ਮਹਾਰਾਜ ਕਹਿੰਦੇ ਜਿਹੜਾ ਬੰਦਾ ਸਫਾਈ ਦਾ ਨੇਮ ਛੱਡ ਜਾਏਗਾ ਉਹਦਾ ਘਰ ਮੈਲਾ ਹੋ ਜਾਂਦਾ ਹੈ, ਤੇ ਜਿਹੜਾ ਬੰਦਾ ਗੁਰੂ ਦੀ ਦਿੱਤੀ ਕੋਈ ਬਾਣੀ ਤੇ ਨਾਮ ਦਾ ਨੇਮ ਛੱਡ ਜਾਂਦਾ ਉਹਦਾ ਹਿਰਦਾ ਮੈਲਾ ਹੋ ਜਾਂਦਾ ਹੈ, ਉਹਦਾ ਅੰਦਰ ਮਲੀਨਤਾ ਨਾਲ ਭਰਦਾ ਹੈ। ਗੁਰੂ ਰਾਮਦਾਸ ਮਹਾਰਾਜ ਉੱਥੇ ਫਿਰ ਬਚਨ ਕਰਦੇ ਆ, ਕਹਿੰਦੇ ਭਾਈ ਸਿੱਖੋ ਇਸ ਤਰ੍ਹਾਂ ਅਭਿਆਸ ਕਰੋ, ਜਿਮ ਨਿਸ ਦਿਨ ਕਰ ਕਾਜ ਸੁਧਾਰੇ। ਗੁਰੂ ਰਾਮਦਾਸ ਜੀ ਦੇ ਇਤਿਹਾਸਕ ਬੋਲ ਨੇ। ਜਿਵੇਂ ਤੁਸੀਂ ਦਿਨ ਰਾਤ ਆਪਣੇ ਘਰ ਦੇ ਕੰਮ ਕਰਦੇ ਹੋ, ਤਿਆਗੋ ਕਬੂ ਨਾ ਲਾਗੈ ਪਿਆਰੇ, ਤੁਸੀਂ ਕਦੀ ਨਹੀਂ ਤਿਆਗਦੇ, ਤੁਹਾਨੂੰ ਕੰਮ ਚੰਗੇ ਲੱਗਦੇ ਆ। ਤਥਾ ਪਿਆਰ ਧਾਰੋ ਗੁਰਬਾਨੀ, ਇਸੇ ਤਰ੍ਹਾਂ ਭਾਈ ਗੁਰਮੁਖੋ ਤੁਸੀਂ ਗੁਰੂ ਕੀ ਬਾਣੀ ਰੋਜ਼ ਪੜੋ, ਨਿਤਨੇਮ ਜ਼ਰੂਰ ਕਰੋ, ਸਿਮਰਨ ਜ਼ਰੂਰ ਕਰੋ। ਤਥਾ ਪਿਆਰ ਧਰੋ ਗੁਰਬਾਨੀ, ਪੜਨ ਸੁਣ ਕੀ ਰੁਚ ਮਨ ਠਾਨੀ। ਅਗਲਾ ਕੰਮ ਸਤਿਗੁਰੂ ਕਹਿੰਦੇ ਜਦੋਂ ਪਾਠ ਕਰਦੇ ਹੋ ਨਾ, ਕਿਉਂਕਿ ਉਸ ਵਕਤ ਤੇ ਸਿੱਖ ਬੋਲੀ ਸਮਝਦੇ ਨੇ ਸਾਰੀ ਬਾਣੀ ਦੀ, ਕਹਿੰਦੇ ਜਦੋਂ ਪਾਠ ਕਰਦੇ ਹੋ ਤੇ ਜਿਹੜੀ ਤੁਕ ਆਵੇ ਥੋੜਾ ਜਿਹਾ ਰੋਕ ਕੇ ਆਪਣੇ ਮਨ ਨੂੰ ਪੁੱਛ ਲਿਆ ਕਰੋ। ਮਹਾਰਾਜ ਜੁਗਤ ਦੱਸ ਰਿਹਾ ਗੁਰੂ ਰਾਮਦਾਸ ਜੀ, ਧਰਿਓ ਅਰਥ ਜੋ ਸ਼ਬਦ ਮਝਾਰਾ, ਬਾਰ ਬਾਰ ਉਰ ਕਰੋ ਵਿਚਾਰਾ। ਜਿਹੜਾ ਸ਼ਬਦ ਵਿੱਚ ਅਰਥ ਰੱਖਿਆ ਉਹਨੂੰ ਵਾਰ ਵਾਰ ਵਿਚਾਰੋ। ਕੀ ਵਿਚਾਰੋ? ਕਿਆ ਗੁਰ ਕਹੈ ਕਰੈ ਹਮ ਕਹਾਂ, ਕਿ ਗੁਰੂ ਜੀ ਬਾਣੀ 'ਚ ਕੀ ਕਰ ਰਹੇ ਨੇ ਤੇ ਮਨਾ ਤੇਰੀਆਂ ਖਸਲਤਾਂ ਕੀ ਨੇ। ਸਤਿਗੁਰੂ ਬਾਣੀ 'ਚ ਕਹਿ ਰਹੇ ਨੇ ਤੇ ਤੂੰ ਕਰਤੂਤਾਂ ਕੀ ਕਰ ਰਿਹਾ? ਮਹਾਰਾਜ ਕਹਿੰਦੇ ਵਿਚਾਰ ਦੇ ਡੰਡੇ ਨਾਲ ਐਸਤਾ ਗੁਰਸਿੱਖੋ ਤੁਸੀਂ ਅਭਿਆਸ ਕਰੋਗੇ, ਨਾ ਟਿਕਣ ਵਾਲਾ ਮਨ ਟਿਕ ਜਾਏਗਾ, ਜਿਹੜਾ ਫੋਕੇ ਰਸ ਵਿੱਚ ਮਸਤ ਹੋਇਆ ਨਾਮ ਦੇ ਰਸ ਵਿੱਚ ਰਚ ਜਾਏਗਾ। ਫਿਰ ਇਸ ਬੇਨਤੀ ਨੂੰ ਸੁਣਿਓ ਜੀ। ਧਰਿਓ ਅਰਥ ਜੋ ਸ਼ਬਦ ਮਝਾਰਾ, ਬਾਰ ਬਾਰ ਉਰ ਕਰੋ ਵਿਚਾਰਾ। ਕਿਆ ਗੁਰ ਕਹਿ ਕਰੈ ਹਮ ਕਹਾਂ, ਸਨੈ ਐਸਤਾ ਇੱਕੋ ਦਮ ਨਹੀਂ। ਗੁਰ ਪ੍ਰਸਾਦ ਵਰਤੇ ਸਨੈ ਮਨ ਮੋਰੋ ਮਹਾ, ਇਹ ਮਨ ਜਿਹੜਾ ਇਹ ਟਿਕ ਜਾਏਗਾ। ਹੁਣ ਉਹ ਫਿਰ ਅਗਲਾ ਸਵਾਲ ਉਹਨਾਂ ਕਰ ਦਿੱਤਾ, ਮਹਾਰਾਜ ਜੀ ਇਹ ਤਾਂ ਬਚਨ ਸੱਤ ਹੈ, ਅਸੀਂ ਅਭਿਆਸ ਕਰਾਂਗੇ, ਇਸ ਤਾਂ ਬਾਣੀ ਪੜਾਂਗੇ, ਪਰ ਪ੍ਰਸ਼ਨ ਤਾਂ ਉੱਥੇ ਖਲੋਤਾ ਹੈ, ਇਹ ਮੰਨਦਾ ਕੋਈ ਨਹੀਂ, ਇਹ ਛੇਤੀ ਨਹੀਂ ਮੰਨਦਾ। ਉੱਥੇ ਫਿਰ ਸਤਿਗੁਰਾਂ ਨੇ ਇੱਕ ਬਹੁਤ ਸੋਹਣੀ ਉਦਾਹਰਨ ਦਿੱਤੀ। ਜਿਹੜੇ ਬੰਦੇ ਘੋੜੇ ਰੱਖੇ ਨੇ ਜਿਨ੍ਹਾਂ ਨੇ, ਉਹਨਾਂ ਨੂੰ ਪਤਾ ਹੋਣਾ ਵੀ ਜਦੋਂ ਘੋੜਾ ਬਿਮਾਰ ਹੋ ਜਾਏ ਨਾ, ਉਹ ਰੋਗ ਗ੍ਰਸਤ ਹੋ ਜਾਏ ਤੇ ਉਹਨੂੰ ਦਵਾਈ ਦਿੰਦੇ ਆ, ਤੇ ਉਹ ਦਵਾਈ ਦੇਣ ਤੋਂ ਬਾਅਦ ਉਹ ਕਾਜ਼ਾ ਕੀਤਾ ਜਾਂਦਾ ਹੈ। ਅਰਬੀ ਦਾ ਸ਼ਬਦ ਹੈ ਜੀ ਕਾਜ਼ਾ। ਅਸੀਂ ਆਪਣੇ ਸ਼ਬਦ ਵਰਤਨੇ ਕਾਜ ਦਾ ਅਰਥ ਹੈ ਕੰਮ, ਤੇ ਕਈ ਥਾਵਾਂ ਇਤਿਹਾਸਕ ਥਾਵਾਂ ਤੇ ਸਾਨੂੰ ਇਹ ਗ੍ਰੰਥਾਂ ਵਿੱਚ ਮਿਲਦਾ ਹੈ ਕਾਜ ਸ਼ਬਦ ਵਰਤਿਆ ਹੁੰਦਾ ਹੈ, ਪਰ ਅਰਬੀ ਦਾ ਸ਼ਬਦ ਹੈ ਕਾਜ਼ਾ। ਹੁਣ ਕਾਜ਼ਾ ਕੀ ਹੈ ਸੁਣਿਓ। ਘੋੜਾ ਹੈ ਬਿਮਾਰ, ਗੁਰੂ ਰਾਮਦਾਸ ਸਮੱਤ ਦੇ ਰਹੇ ਨੇ ਇੱਥੇ, ਕਹਿੰਦੇ ਘੋੜਾ ਹੈ ਬਿਮਾਰ, ਦਵਾਈ ਖਾਣੀ ਨਹੀਂ ਚਾਹੁੰਦਾ, ਉਹ ਤੁਸੀਂ ਉਹਦੇ ਅੱਗੇ ਭਾਂਡਾ ਪਾ ਕੇ ਭਾਂਡੇ ਦਵਾਈ ਰੱਖੋ, ਖਾਏਗਾ ਨਹੀਂ। ਤੇ ਫਿਰ ਗੁਰਸਿੱਖੋ ਕਰਦੇ ਕੀ? ਉਹ ਭਾਈ ਤੁਲ ਸਾਹਿਬ ਬੋਲਿਆ, ਕਹਿੰਦੇ ਮਹਾਰਾਜ ਜੀ ਜੇ ਨਾ ਖਾਏ ਪਰ ਧੱਕੇ ਨਾਲ ਖਵਾਈ ਦੀ ਖਾਏ। ਕਿਵੇਂ? ਹੁਣ ਤੁਹਾਨੂੰ ਪਤਾ ਹੈ ਜਿਹੜਾ ਪਸ਼ੂ ਰੱਖੇ ਹੁੰਦੇ ਨੇ, ਜਦੋਂ ਪਸ਼ੂ ਡੰਗਰ ਬਿਮਾਰ ਹੋ ਜਾਂਦਾ ਸੀ, ਆਪਾਂ ਬਾਂਹ ਪਾ ਕੇ ਉਹਦਾ ਮੂੰਹ ਖੋਲ੍ਹਨੇ ਆ, ਤੇ ਬਾਂਸ ਦੀ ਬਣੀ ਕੋਈ ਨਾਲ ਸਾਡੇ ਨਾਲ ਵਰਤਦੇ ਸਨ, ਜਾਂ ਲੋਹੇ ਦੀ ਬਣੀ ਕੋਈ ਜਿਹੜੀ ਨਾਲ ਹੈ, ਉਹਦੇ ਨਾਲ ਅਸੀਂ ਉਹਦੇ ਗਲੇ ਤੋਂ ਥੱਲੇ ਤੱਕ ਉਹਦੀ ਦਵਾਈ ਨੂੰ ਸੱਟਦੇ ਸਾਂ। ਹੁਣ ਘੋੜਾ ਆਪ ਤਾਂ ਦਵਾਈ ਖਾਂਦਾ ਨਹੀਂ, ਲਿਕਵਿਡ ਦਵਾਈ ਪੀਂਦਾ ਨਹੀਂ, ਫਿਰ ਸਿਆਣੇ ਕੀ ਕਰਦੇ ਸਨ? ਅਵੈੜਾ ਕਾਬੂ ਨਹੀਂ ਆਉਣਾ, ਉਹ ਇਹਦਾ ਮੂੰਹ ਖੋਲ ਕੇ ਮੂੰਹ 'ਚ ਬਾਂਹ ਦੇ ਕੇ, ਮੈਂ ਸ਼ਬਦ ਵਰਤਾਂਗਾ ਕਿ ਉਹਦੇ ਮੂੰਹ ਵਿੱਚ ਨਾਲ ਪਾਉਂਦੇ ਆ, ਜਦੋਂ ਦਵਾਈ ਅੰਦਰ ਚਲੀ ਜਾਂਦੀ ਫਿਰ ਕਾਜ਼ਾ ਕਰਦਾ ਹੈ। ਕਾਜ਼ਾ ਦਾ ਮਤਲਬ ਉਹਦੇ ਮੂੰਹ ਦੇ ਵਿੱਚ ਕੜਿਆਲਾ ਪਾ ਕੇ ਉਹਦੀ ਗਰਦਨ ਨੂੰ ਪਿੱਛੇ ਖਿੱਚ ਕੇ ਕਾਠੀ ਦੇ ਨਾਲ ਬੰਨ੍ਹ ਦਿੰਦੇ ਆ। ਇਹਨੂੰ ਕਾਜ਼ਾ ਕਰਨਾ ਕਹਿੰਦੇ ਆ। ਸਮਝੋ ਮੇਰੀ ਬੇਨਤੀ, ਕਿ ਜਦੋਂ ਘੋੜੇ ਨੂੰ ਕਾਜ਼ਾ ਕੀਤਾ ਜਾਂਦਾ ਉਹ ਗਰਦਨ ਥੱਲੇ ਨਹੀਂ ਕਰ ਸਕਦਾ,
गर्दन थल्ले करेगा तो दवाई बाहर निकलेगी ना। काजा करन दा मतलब है उस घोड़े नूं ਉਹਦੇ ਲਗਾਮਾਂ ਨੂੰ ਕੜਿਆਲਾ ਪਾ ਕੇ ਉਹਨੂੰ ਘੁੱਟ ਕੇ ਪਿੱਛੇ ਬੰਨ ਦਿੱਤਾ। ਸਿੱਧੇ ਸੌਖੇ ਅਰਥ ਕਰ ਲਈਏ ਕਿ ਦਵਾਈ ਖਾਣ ਤੋਂ ਬਾਅਦ ਵੀ ਉਹ ਦਵਾਈ ਸੜ ਸਕਦਾ ਹੈ। ਉਹਨਾਂ ਬੰਨ ਕੇ ਉਹਨੂੰ ਰੱਸੀ ਦੇ ਨਾਲ ਉਹਦਾ ਮੂੰਹ ਉੱਚਾ ਚੁੱਕ ਦਿੱਤਾ। ਉਹਦੀ ਮਜਬੂਰੀ ਬਣ ਜਾਂਦੀ ਹੈ, ਦਵਾਈ ਅੰਦਰ ਲਿਜਾਣੀ ਪੈਂਦੀ ਹੈ। ਮਹਾਰਾਜ ਕਹਿੰਦੇ ਸਾਰੀਆਂ ਗੱਲਾਂ ਮੰਨਦੀਆਂ ਨਾ ਮੰਨੋ, ਇਹ ਤਾਂ ਐਡਾ ਨਿਕੰਮਾ, ਇਹ ਤਾਂ ਇੱਕ ਦਿਨ ਸਿਰਫ ਉਹਦੀ ਖੁੱਲੀ ਛਵੀ ਦੇ ਦਿਓ, ਕਿੰਨੇ ਦਿਨ ਪਿੱਛੇ ਚਲਾ ਜਾਂਦਾ। ਜਿਵੇਂ ਸਿਆਣੇ ਬੰਦੇ ਘੋੜੇ ਨੂੰ ਦਵਾਈ ਦੇ ਕੇ ਕਾਜ਼ਾ ਕਰਦੇ ਆ, ਉਹਦਾ ਮੂੰਹ ਬੰਨ ਕੇ ਰੱਖਦੇ ਉੱਤੇ, ਕਹਿੰਦੇ ਨੇ ਇਹ ਜਿਹੜਾ ਮਨਖ ਹੈ ਨਾ, ਇਹ ਜਦੋਂ ਘੋੜੇ ਦੀ ਤਰ੍ਹਾਂ ਅਵੈੜਾ ਦਲੱਤਾ ਮਾਰੇ, ਇਸ ਕਮਲੇ ਨੂੰ ਪਤਾ ਨਹੀਂ ਮੈਂ ਬਿਮਾਰ ਹਾਂ, ਇਹ ਦਵਾਈ ਨਹੀਂ ਖਾਣੀ ਚਾਹੁੰਦਾ, ਇਹਨੂੰ ਸ਼ਬਦ ਦੀ ਵਿਚਾਰ ਦੀ ਦਵਾਈ ਦਿਓ ਤੇ ਇਹੋ ਜਿਹਾ ਕਾਜ਼ਾ ਕਰੋ, ਇਹਨੂੰ ਉਸ ਪਾਸੇ ਉਹਦਾ ਮੂੰਹ ਮੋੜ ਦਿਓ ਜਿਸ ਪਾਸੇ ਪ੍ਰਵਿਰਤ ਹੁੰਦਾ ਹੈ। ਮੈਂ ਆਪ ਨੂੰ ਬੇਨਤੀ ਕਰਾਂ, ਧੰਨ ਗੁਰੂ ਰਾਮਦਾਸ ਉਹਨਾਂ ਨੇ ਇਹ ਸਮੱਤ ਦਿੱਤੀ। ਕਹਿੰਦੇ ਨੇ ਭਾਈ ਸਿੱਖੋ, ਇਸ ਤਰ੍ਹਾਂ ਤੁਸੀਂ ਜਿਵੇਂ ਬਾਣੀ ਪੜ੍ਹਦੇ ਹੋ, ਇੱਕ ਇੱਕ ਸ਼ਬਦ ਨੂੰ ਮੰਨ ਲਓ। ਮੈਂ ਕਹਿੰਦਾ ਵੀ ਅਰਥ ਤਾਂ ਮੈਂ ਕਰ ਦਿੱਤਾ, ਧਰਿਓ ਅਰਥ ਜੋ ਸ਼ਬਦ ਮਝਾਰਾ, ਬਾਰ ਬਾਰ ਉਰ ਕਰੋ ਵਿਚਾਰਾ। ਤੇ ਇੱਕ ਉਦਾਹਰਨ ਦੇਣਾ, ਅਸੀਂ ਪਾਠ ਕਰ ਰਹੇ ਹਾਂ ਜੀ ਇਹ ਰਹਿਰਾਸ ਸਾਹਿਬ ਜੀ ਦਾ, ਬੜਾ ਸੌਖਾ, ਕਿਵੇਂ ਮਨ ਨੂੰ ਵੇਖੀਏ। ਪਾਠ ਆ ਗਿਆ, ਭਈ ਪ੍ਰਾਪਤ ਮਾਨੁਖ ਦੇ ਖੁਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤਾ ਨਾ ਕਾਮ, ਮਿਲ ਸਾਧ ਸੰਗਤ ਭਜ। ਕਿ ਇੱਥੇ ਰੁਕ ਜਾਈਏ ਕਿ ਮਣਾ ਆ ਵਿਚਾਰ ਕਰ, ਗੁਰੂ ਜੀ ਕੀ ਕਹਿ ਰਹੇ ਆ, ਅਵਰ ਕਾਜ ਤੇਰਾ ਕਿਤਾ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਅਸੀਂ ਆਨੰਦ ਸਾਹਿਬ ਦਾ ਪਾਠ ਕਰ ਰਹੇ ਹਾਂ ਤੇ ਸੱਚੇ ਪਾਤਸ਼ਾਹ ਕਹਿ ਰਹੇ ਨੇ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਤੇ ਇੱਥੇ ਰੁਕ ਜਾਈਏ, ਪੁੱਛੀਏ ਤੂੰ ਨਾਲ ਰਹਿਣਾ। ਮਹਾਰਾਜ ਬਚਨ ਕਰ ਰਿਹਾ, ਇਹ ਮਨ ਚੰਚਲਾ ਚਤੁਰਾਈ ਕਿਨਾ ਨਾ ਪਾਇਆ। ਰੁਕ ਜਾਈਏ, ਪੁੱਛੀਏ ਮਨਾ ਤੂੰ ਕਿੰਨੀਆਂ ਚਲਾਕੀਆਂ ਰੋਜ਼ ਵਰਤਨੇ। ਪਾਠ ਕਰ ਰਿਹਾ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀ ਤੇਰੇ ਨਾਲੇ। ਮਨ ਨੂੰ ਪੁੱਛੀਏ ਕਿ ਕੀ ਮਨਾ ਤੂੰ ਇਹਦੇ ਵਿੱਚ ਪ੍ਰਵਿਰਤ ਹੈ। ਮੇਰੀ ਸਿਰਫ ਬੇਨਤੀ ਹੈ ਜੀ, ਗੁਰੂ ਰਾਮਦਾਸ ਜੀ ਤੇ ਸਮੱਤ ਦੇ ਰਹੇ ਆ ਕਿ ਸਿੱਖੋ ਇਸ ਢੰਗ ਨਾਲ ਬਾਣੀ ਨਾਲ ਜੁੜੋ, ਬਾਣੀ ਨੂੰ ਪੜ੍ਹੋ ਤੇ ਐਸਤਾ ਐਸਤਾ ਤੁਹਾਡਾ ਮਨ ਟਿਕ ਜਾਏਗਾ। ਮਨ ਜਦੋਂ ਟਿਕ ਜਾਏ, ਤ੍ਰਿਪਤ ਹੋ ਜਾਏ, ਸਿੱਧੀ ਜੀ ਗੱਲ ਗੁਰਮੁਖੋ, ਜਿੰਨੀ ਦੇਰ ਤੱਕ ਮੈਲਾ ਹੈ ਓਨੀ ਦੇਰ ਤੱਕ ਭਟਕਣਾ ਹੈ। ਜਿੱਦਣ ਨਿਰਮਲਤਾ ਹੀ ਆ ਗਈ ਉਦਣ ਟਿਕ ਜਾਣਾ ਹੈ, ਤੇ ਜਿੱਦਣ ਟਿਕਣਾ ਸ਼ੁਰੂ ਹੋ ਗਿਆ ਉਦਣ ਰਸ ਜ਼ਰੂਰ ਆਏਗਾ। ਭਟਕਦੇ ਹੋ ਮਨ ਨੂੰ ਰਸ ਨਹੀਂ। ਸਤਿਗੁਰੂ ਇੱਥੇ ਬਖਸ਼ਿਸ਼ ਕਰ ਰਹੇ ਆ, ਹੇ ਵਿਗਿਆਨੀ ਪੁਰਸ਼ੋ, ਆਤਮਿਕ ਸੋਝੀ ਰੱਖਣ ਵਾਲਿਓ, ਨਾਮ ਦਾ ਰਸ ਪੀਓ ਤੇ ਕਰਤੇ ਪੁਰਖ ਵਾਹਿਗੁਰੂ ਜੀ ਦੀ ਸਤਿਗੁਰੂ ਦੀ ਬਾਣੀ ਪੜੋ, ਜਿਹਦੇ ਨਾਲ ਮਨ ਨੂੰ ਸੰਤੋਖ ਮਿਲੇਗਾ। ਰਹਾਉ, ਇਹ ਦੋ ਤੁਕਾਂ ਜੋ ਵਿਚਾਰੀਆਂ ਇਹ ਰਹਾਉ ਦੀਆਂ ਹਨ। ਮੁਕਤ ਭੁਗਤ ਜੁਗਤ ਸੱਚ ਪਾਈਐ, ਮੁਕਤ ਭੁਗਤ ਜੁਗਤ ਸੱਚ ਪਾਈਐ। ਸੱਚ ਦਾ ਅਰਥ ਹੈ ਵਾਹਿਗੁਰੂ ਜੀ। ਮੁਕਤ ਦਾ ਲਫ਼ਜ਼ੀ ਅਰਥ ਹੈ ਜੀ ਮੁਕਤੀ। ਇੱਕ ਤਾਂ ਜਨਮ ਮਰਨ ਤੋਂ ਮੁਕਤੀ। ਸਿੱਖ ਜਿਹੜਾ ਹੈ ਉਹਨੂੰ ਸਤਿਗੁਰੂ ਨੇ ਜਿਉਂਦੇ ਜੀ ਮੁਕਤ ਕਰ ਦਿੱਤਾ ਹੈ। ਫਿਰ ਅਰਥ ਸੁਣਿਓ, ਵਕਾਰਾਂ ਤੋਂ ਬੰਦ ਖਲਾਸੀ ਹੋ ਜਾਣੀ। ਪ੍ਰਭ ਕੀ ਆਗਿਆ ਆਤਮ ਹੀ ਧਾਵੈ, ਜੀਵਨ ਮੁਕਤ ਸੋ ਕਹਾਵੈ। ਜਿੰਦੇ ਜੀ ਮਹਾਰਾਜ ਕਹਿੰਦੇ ਨੇ, ਇੱਕ ਤਾਂ ਇਹ ਵਕਾਰਾਂ ਤੋਂ ਬੰਦ ਖਲਾਸੀ ਮੁਕਤੀ, ਦੂਸਰਾ ਭੁਗਤ ਦਾ ਅਰਥ ਹੁੰਦਾ ਹੈ ਕਿ ਭੋਗਣਾ ਭੁੰਚਣਾ। ਇੱਥੇ ਭੁਗਤ ਦਾ ਅਰਥ ਕਰਾਂਗੇ ਆਤਮਾ ਦੀ ਰੂਹਾਨੀ ਖੁਰਾਕ ਨਾਮ। ਕਹਿੰਦੇ ਨੇ ਭਾਈ ਸਿੱਖੋ ਕਿ ਉਸ ਸੱਚੇ ਵਾਹਿਗੁਰੂ ਕੋਲੋਂ ਬੰਧਨਾਂ ਤੋਂ ਮੁਕਤੀ, ਆਤਮਾ ਦਾ ਭੋਜਨ, ਰੂਹਾਨੀ ਖੁਰਾਕ ਸ਼ਬਦ, ਤੇ ਇੱਕ ਸ਼ਬਦ ਹੈ ਜੁਗਤ। ਜੁਗਤ ਦਾ ਲਫ਼ਜ਼ੀ ਅਰਥ ਹੁੰਦਾ ਜੀਵਨ ਜੀਣ ਦਾ ਤਰੀਕਾ। ਮਹਾਰਾਜ ਕਹਿੰਦੇ ਭੁਗਤ ਮੁਗਤ ਤੇ ਜੁਗਤ, ਵਕਾਰਾਂ ਤੋਂ ਮੁਕਤੀ, ਆਤਮਿਕ ਭੋਜਨ ਤੇ ਜੀਵਨ ਜੀਣ ਦਾ ਤਰੀਕਾ, ਇਹ ਸੱਚੇ ਵਾਹਿਗੁਰੂ ਜੀ ਤੋਂ ਮਿਲਦਾ ਹੈ। ਸਰਬ ਸੁੱਖਾਂ ਕਾ ਦਾਤਾ, ਤੇ ਜਿਹੜਾ ਸਾਰੇ ਸੁੱਖਾਂ ਦਾ ਦਾਤਾ ਹੈ। ਇੱਕ ਸੁੱਖ ਨਹੀਂ, ਮਹਾਰਾਜ ਗੁਰੂ ਰਾਮਦਾਸ ਜੀ ਤਾਂ ਬਚਨ ਕਰਦੇ ਆ, ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾਂ ਕੈ ਵਸ ਹੈ ਕਾਮ ਤਿੰਨ। हे ਭਾਈ ਗੁਰਸਿੱਖੋ, ਮੁਕਤੀ ਦਾ, ਜੁਗਤੀ ਦਾ, ਭੁਗਤੀ ਦਾ ਉਹ ਦਾਤਾ ਅਕਾਲ ਪੁਰਖ ਵਾਹਿਗੁਰੂ ਹੈ।
ਜਿਹੜੇ ਸਾਰੇ ਸੁਖ ਬਖਸ਼ਦਾ ਹੈ। ਆਪਣੇ ਦਾਸ ਕੋ ਭਗਤ ਦਾਨ ਦੇਵੈ, ਆਪਣੇ ਦਾਸ ਕੋ ਭਗਤ ਦਾਨ ਦੇਵੈ। ਆਪਣੇ ਸੇਵਕਾਂ ਨੂੰ, ਆਪਣੇ ਦਾਸਾਂ ਨੂੰ, ਭਗਤ ਦੇ ਤੱਤੇ ਨੂੰ ਸਿਆਰੀ ਹੈ ਜੀ ਇੱਥੇ ਦਾ ਅਰਥ ਹੈ ਭਗਤੀ, ਸਿਮਰਨ। ਆਪਣੇ ਦਾਸਾਂ ਨੂੰ, ਆਪਣੇ ਭਗਤਾਂ ਨੂੰ ਭਗਤੀ ਦਾ ਦਾਨ ਦਿੰਦਾ ਹੈ। ਵਾਹਿਗੁਰੂ ਜੀ ਫਿਰ ਬੇਨਤੀ, ਭਗਤੀ ਦਾ ਦਾਨ ਦੇਣਾ, ਇੱਥੇ ਸ਼ਬਦ ਦਾਨ ਹੈ ਜੀ, ਕਮਾਈ ਨਹੀਂ, ਉਹ ਦਾਤ ਦਿੰਦਾ ਪਿਆ। ਫਿਰ ਅਰ ਸੁਣਿਓ, ਦਾਨ ਦੇਵੈ, ਭਗਤੀ ਦਾ ਦਾਨ, ਕਿਉਂਕਿ ਦਾਨ ਕਦੀ ਹੱਕ ਨਹੀਂ ਹੁੰਦਾ। ਦਾਸ ਨੇ ਇੱਕ ਵਾਰ ਅਰਜ਼ ਕੀਤੀ ਸੀ ਕਿ ਮੰਨ ਲਓ ਕੋਈ ਦੁਕਾਨ ਤੇ ਆ ਕੇ ਮੰਗਦਾ ਪਿਆ, ਉਹ ਇਹ ਥੋੜਾ ਕਹੇਗਾ ਮੇਰਾ ਹਿੱਸਾ ਦਿਓ, ਆ ਜਿੰਨੇ ਕਮਾਏ ਨੇ ਮੇਰਾ ਹਿੱਸਾ ਇੱਥੇ ਰੱਖੋ। ਜਿਹੜਾ ਮੰਗਤਾ ਹੈ ਚੇਤੇ ਰੱਖਿਓ, ਉਹ ਹਿੱਸੇ ਨਹੀਂ ਮੰਗਦਾ ਹੁੰਦਾ, ਉਹ ਮਾਲਕ ਦੀ ਦਇਆ ਤੇ ਨਿਰਭਰ ਕਰਦਾ ਹੈ, ਉਹ ਦਾਨ ਦਿੰਦਾ ਹੈ। ਤੇ ਯਾਦ ਰੱਖੋ, ਦਾਨ ਕਦੀ ਗੁਣ ਔਗਣ ਵੇਖ ਕੇ ਨਹੀਂ ਕੀਤੇ ਜਾਂਦੇ। ਪਰਮਾਤਮਾ ਜਦੋਂ ਤਰਸ ਦੇ ਘਰ ਚ ਆਉਂਦੇ ਆ, ਉਦੋਂ ਦਾਨ ਬਖਸ਼ ਦਿੰਦੇ ਆ। ਸਤਿਗੁਰੂ ਕਹਿੰਦੇ ਨੇ, ਵਾਹਿਗੁਰੂ ਜੀ ਆਪਣੇ ਭਗਤਾਂ ਨੂੰ ਭਗਤੀ ਦਾ ਦਾਨ ਬਖਸ਼ਦੇ ਹਨ। ਪੂਰਨ ਪੁਰਖ ਵਿਧਾਤਾ, ਉਹ ਪਾਰ ਬ੍ਰਹਮ ਪਰਮੇਸ਼ਵਰ ਪੂਰਨ ਹੈ। ਵਿਧਾਤਾ ਦਾ ਅਰਥ ਸਾਰੇ ਸੰਸਾਰ ਦਾ ਰਚਨਹਾਰਾ ਹੈ। ਸ਼੍ਰਵਣੀ ਸੁਣੀਐ ਰਸਨਾ ਗਾਈਐ। ਭਾਈ ਗੁਰਸਿੱਖੋ, ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਬਚਨ ਕਰ ਰਿਹਾ, ਕੰਨਾਂ ਨਾਲ ਵਾਹਿਗੁਰੂ ਜੀ ਦੇ ਨਾਮ ਨੂੰ ਸੁਣੋ, ਆਪਣੀ ਰਸਨਾ ਤੋਂ ਵਾਹਿਗੁਰੂ ਜੀ ਦੇ ਨਾਮ ਨੂੰ ਗਾਓ। ਸਰਵਣ ਸੁਣਨ ਵਿੱਚ ਤੇ ਰਸਨਾ ਬੋਲਣ ਵਿੱਚ। ਹਿਰਦੈ ਧਿਆਈਐ ਸੋਈ, ਹਿਰਦੈ ਧਿਆਈਐ ਸੋਈ, ਤਿੰਨ ਬਚਨ ਕੀਤੇ ਜੀ। ਹਿਰਦੇ ਵਿੱਚ ਵਾਹਿਗੁਰੂ ਜੀ ਨੂੰ ਧਿਆਓ, ਕੰਨਾਂ ਨਾਲ ਵਾਹਿਗੁਰੂ ਜੀ ਨੂੰ ਸੁਣੋ, ਰਸਨਾ ਨਾਲ ਪਰਮਾਤਮਾ ਜੀ ਦੇ ਗੀਤ ਗਾਓ। ਮਹਾਰਾਜ ਕਹਿੰਦੇ ਨੇ ਇਹ ਤਿੰਨ ਬਚਨ ਹਿਰਦੇ 'ਚ ਧਿਆਉਣਾ, ਕੰਨਾਂ ਨਾਲ ਸੁਣਨਾ ਤੇ ਜੀਭ ਨਾਲ ਉਸ ਨੂੰ ਗਾਉਣਾ ਹੈ। ਕਰਨ ਕਾਰਨ ਸਮਰੱਥ ਸੁਆਮੀ, ਸਭ ਕੁਝ ਕਰਨ ਕਾਰਨ ਦੇ ਸਮਰੱਥ ਨੇ। ਕਰਨ ਵਾਲੇ ਵੀ ਉਹ ਨੇ, ਕਾਰਨ ਵੀ ਉਹ ਪੈਦਾ ਕਰਦੇ ਨੇ। ਤੇ ਜਿੱਥੇ ਲਫ਼ਜ਼ ਸਮਰੱਥ ਆ ਜਾਏ ਨਾ ਜੀ, ਉੱਥੇ ਸ਼ੱਕ ਨਹੀਂ ਕਰਨਾ ਚਾਹੀਦਾ। ਸਮਰੱਥ ਦਾ ਅਰਥ ਹੈ ਜਿਹੜਾ ਹਰ ਕੁਝ ਕਰਨ ਦੀ ਤਾਕਤ ਰੱਖਦਾ ਹੈ। ਜਿਵੇਂ ਅਸੀਂ ਪਾਠ ਕਰਨੇ ਆ, ਡੰਡੌਤ ਬੰਧਨ ਅਨਕ ਬਾਰ ਸਰਬ ਕਲਾ ਸਮਰੱਥ, ਸਭ ਕਲਾ ਸਮਰੱਥ ਹੈ ਉਹ। ਮਹਾਰਾਜ ਕਹਿੰਦੇ ਉਹ ਕਰਤਾ ਪੁਰਖ ਵਾਹਿਗੁਰੂ ਜੀ ਕਰਨ ਵਾਲੇ ਨੇ, ਕਾਰਨ ਬਣਾਉਣ ਵਾਲੇ ਨੇ, ਸਭ ਕੁਝ ਕਰਨ ਦੀ ਸਮਰੱਥਾ ਰੱਖਦੇ ਹਨ। ਜਾਤੇ ਬ੍ਰਿਥਾ ਨਾ ਕੋਈ, ਉਸ ਪਰਮਾਤਮਾ ਤੋਂ ਕੋਈ ਵਿਅਰਥ ਨਹੀਂ ਜਾਂਦਾ, ਉਹ ਸਭ ਦੇ ਉੱਤੇ ਬਖਸ਼ਿਸ਼ ਕਰਦੇ ਆ। ਪਰ ਇਸ ਤੁਕ ਨੂੰ ਫਿਰ ਧਿਆਨ ਨਾਲ, ਕੰਨਾਂ ਨਾਲ ਸੁਣ, ਜੀਭ ਨਾਲ ਬੋਲ, ਹਿਰਦੇ 'ਚ ਵਸਾ ਲੈ। ਵੇਖੋ ਕਿੱਡੇ ਕਮਾਲ ਦੀ ਜੁਗਤੀ। ਆਪ ਜੀ ਇੱਕ ਪਾਠ ਕਰਦੇ ਹੋ, ਜੇ ਮੰਨ ਲਓ ਇਹ ਤਿੰਨ ਬਖਸ਼ਾਂ ਹੋ ਜਾਣ, ਹਿਰਦੇ ਵਿੱਚ ਵੀ ਨਾਮ ਚੱਲਣ ਲੱਗ ਪਏ, ਕੰਨਾਂ ਵਿੱਚ ਸੁਣ ਲੱਗ ਪਏ, ਜੀ ਬੋਲਣ ਲੱਗ ਪਏ, ਇਹਦਾ ਫਲ ਕੀ ਮਿਲੇਗਾ ਜੀ? ਆਖਰ ਇਹ ਕਰਮ ਦਾ ਫਲ ਕੀ ਹੈ? ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਕਹਿੰਦਾ ਇਹਦਾ ਫਲ ਇਹ ਵੇ, ਤੂੰ ਪਰਮਾਤਮਾ ਦੇ ਰੰਗ 'ਚ ਰਤਿਆ ਜਾਏਗਾ। ਜਿਉਂਦੇ ਜੀਏ ਤਨ ਤਿੰਨ ਕੰਮ ਕਰੀ ਜਾਈ, ਤੇ ਮਰਨ ਤੋਂ ਪਹਿਲਾਂ ਰੱਬ ਦੀ ਦਰਗਾਹ ਤੇਰੀ ਥਾਂ ਬਣੀ ਹੋਵੇਗੀ। ਅੰਤਰ ਗੁਰ ਆਰਾਧਨਾ, ਜੇਵਾ ਜਪ ਗੁਰ ਨਾਉ, ਇਹੀ ਬਚਨ ਹੈ ਨਾ ਕਿ ਕੰਨਾਂ ਨਾਲ ਸੁਣ, ਜ਼ੁਬਾਨ ਨਾਲ ਬੋਲ। ਅੰਤਰ ਗੁਰ ਆਰਾਧਨਾ, ਜੇਵਾ ਜਪ ਗੁਰ ਨਾਉ, ਨੇਤਰੀ ਸਤਿਗੁਰੂ ਪੇਖਣਾ। ਮਹਾਰਾਜ ਜੀ ਪੜ੍ਹਨੇ ਆ, ਸਤਿਗੁਰੂ ਕਹਿ ਰਹੇ ਨੇ ਕਿ ਆਪਣੇ ਕੰਨਾਂ ਨਾਲ ਨਾਮ ਸੁਣ, ਰਸਨਾ ਨਾਲ ਬੋਲ, ਅੱਖਾਂ ਨਾਲ ਦੇਖ, ਹਿਰਦੇ ਵਿੱਚ ਵਸਾ, ਫਿਰ ਤੈਨੂੰ ਪਰਮਾਤਮਾ ਦੀ ਦਰਗਾਹ ਵਿੱਚ ਟਿਕਾਣਾ ਮਿਲ ਜਾਏਗਾ। ਮੇਰੀ ਬੇਨਤੀ ਹੈ, ਫਿਰ ਸੁਣਿਓ, ਅੰਤਰ ਗੁਰ ਆਰਾਧਨਾ, ਜੇਵਾ ਜਪ ਗੁਰ ਨਾਉ, ਨੇਤਰੀ ਸਤਿਗੁਰੂ ਪੇਖਣਾ, ਸਰਵਣੀ ਸੁਣਨਾ ਗੁਰ ਨਾਉ। ਸਤਿਗੁਰ ਛੇਤੀ ਰਤਿਆਂ ਦਰਗਹਿ ਪਾਈਐ ਠਾਉ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਿਰਫ 2 ਅੰਗਾਂ ਦਾ ਜ਼ਿਕਰ ਕੀਤਾ। ਸਤਿਗੁਰੂ ਬਚਨ ਕਰਦੇ, ਜੇਵਾ ਨਾਲ ਬੋਲ, ਕੰਨਾਂ ਨਾਲ ਸੁਣ, ਕਦੀ ਜਮਾਂ ਦੇ ਘਰ ਨਹੀਂ ਜਾਏਗਾ। ਜੇਵਾ ਗੁਣ ਗੋਬਿੰਦ ਭਜੋ, ਕਰਨ ਸੁਣੋ ਹਰ ਨਾਮ, ਕਹੋ ਨਾਨਕ ਸੁਣ ਰੇ ਮਨਾ ਪਰੈ ਨਾ ਜਮ ਕੈ ਧਾਮ। ਇੱਥੇ ਸਤਿਗੁਰੂ ਜੀ ਅੱਜ ਬਖਸ਼ਿਸ਼ ਕਰ ਰਹੇ ਆ ਇਸ ਤੁਕ ਵਿੱਚ। ਸੁਣੋ ਕੰਨਾਂ ਨਾਲ, ਬੋਲੋ ਰਸਨਾ ਨਾਲ, ਹਿਰਦੇ ਨਾਲ ਧਿਆਵੋ, ਕਰਨ ਕਾਰਨ ਸਮਰੱਥ ਵਾਹਿਗੁਰੂ ਇਹ ਦਾਤ ਬਖਸ਼ਦਾ ਹੈ। ਵੱਡਾ ਭਾਗ ਰਤਨ ਜਨਮ ਪਾਇਆ,
ਸਤਿਗੁਰੂ ਕਹਿੰਦੇ ਨੇ ਤੁਹਾਨੂੰ ਤਾਂ ਸਮਝਾਉਂਦੇ ਪਏ ਆ, ਬੜੇ ਵੱਡੇ ਭਾਗਾਂ ਦੇ ਨਾਲ ਇਹ ਰਤਨ ਜਨਮ ਮਿਲਿਆ ਹੈ। ਬੜੇ ਭਾਗ ਚੰਗੇ ਨੇ। ਵੇਖੋ ਜਨਮ ਲੈ ਕੇ ਅਸੀਂ ਕਹਿ ਦਿੰਦੇ ਮੇਰੇ ਭਾਗ ਮਾੜੇ, ਸਤਿਗੁਰੂ ਕਹਿੰਦੇ ਜੇ ਭਾਗ ਮਾੜੇ ਹੁੰਦੇ ਦੇ ਹੀ ਨਹੀਂ ਸੀ ਮਿਲਣੀ। ਦੁਲੱਭ ਦੇ ਪਾਈ ਵਡਭਾਗੀ, ਇਹ ਵੱਡੇ ਭਾਗਾਂ ਨਾਲ ਦੇਈ ਮਿਲੀ ਹੈ। ਇਹ ਰਤਨ ਜਨਮ ਮਿਲਿਆ, ਇਸ ਰਤਨ ਜਨਮ ਨੂੰ ਗਵਾ ਨਾ। ਕਰਹੁ ਕਿਰਪਾ ਕਿਰਪਾਲਾ। ਹੇ ਕਿਰਪਾ ਨਿਧਾਨ ਵਾਹਿਗੁਰੂ ਜੀ, ਸਭ ਤੇ ਕਿਰਪਾ ਕਰਨ ਵਾਲੇ ਕਿਰਪਾਲੂ ਜੀ, ਸਾਡੇ ਤੇ ਇਹ ਮਿਹਰ ਕਰੋ। ਸਾਧ ਸੰਗ ਨਾਨਕ ਗੁਣ ਗਾਵੇ। ਇਹ ਸਾਡੇ ਤੇ ਕਿਰਪਾ ਕਰੋ, ਸਾਧ ਸੰਗਤ ਵਿੱਚ ਜੁੜ ਕੇ ਆਪ ਜੀ ਦੇ ਗੁਣ ਗਾਈਏ। ਇਹ ਜਨਮ ਬੜਾ ਮੁਸ਼ਕਲ ਨਾਲ ਮਿਲਿਆ ਹੈ। ਹੇ ਕਿਰਪਾਲੂ ਵਾਹਿਗੁਰੂ ਜੀ, ਤਰਸ ਕਰੋ, ਅਸੀਂ ਆਪ ਜੀ ਦੀ ਸੰਗਤ ਵਿੱਚ ਜੁੜ ਕੇ ਆਪ ਜੀ ਦੇ ਗੁਣ ਗਾਈਏ। ਸਿਮਰੈ ਸਦਾ ਗੋਪਾਲਾ। ਤੇ ਸਦੀਵ ਕਾਲ ਵਾਸਤੇ ਉਸ ਕਰਤੇ ਪੁਰਖ ਵਾਹਿਗੁਰੂ ਜੀ ਦੇ ਜਿਹੜੇ ਗੁਣ ਨੇ ਉਹਨਾਂ ਨੂੰ ਅਸੀਂ ਇਹ ਗਾਉਂਦੇ ਰਹੀਏ। ਇਸ ਸਾਰੇ ਸ਼ਬਦ ਦਾ ਤਤ ਭਾਵ ਗੁਰਮੁਖੋ ਇਹ ਹੈ ਕਿ ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਉਹਨੇ ਸਾਨੂੰ ਦੇਹੀ ਦਿੱਤੀ ਹੈ। ਪਰਮਾਤਮਾ ਦੇ ਨਾਮ ਰਸ ਤੋਂ ਵੱਡਾ ਕੋਈ ਰਸ ਕੋਈ ਨਹੀਂ। ਉਸ ਰਸ ਨਾਲ ਜੁੜਨ ਵਾਸਤੇ ਸਤਿਗੁਰੂ ਕਹਿੰਦੇ ਬਾਣੀ ਨਾਲ ਜੁੜ। ਮੁਕਤੀ ਭੁਗਤੀ ਜੁਗਤੀ ਇਹ ਪਰਮੇਸ਼ਵਰ ਦੇਣ ਵਾਲਾ ਹੈ। ਜਨਮ ਦਾ ਫਾਇਦਾ ਉਠਾਉਂਦਿਆਂ ਉਸ ਕਿਰਪਾਲ ਵਾਹਿਗੁਰੂ ਜੀ ਦੇ ਕਰਤੇ ਪੁਰਖ ਦੇ ਨਾਮ ਨਾਲ ਜੁੜੀਏ ਜੀ। ਆਓ ਥੋੜਾ ਜਿਹਾ ਸਮਾਂ ਆਪਾਂ ਪੂਰਾ ਸ਼ਬਦ ਨਾਮ ਜਪ ਲਈਏ ਜੀ। ਸਾਰੇ ਕਿਰਪਾ ਕਰਿਓ, ਕਿਉਂਕਿ ਸੰਗਤ ਵਿੱਚੋਂ ਕਿਹਾ ਜਾਂਦਾ ਵੀ ਥੋੜਾ ਜਿਹਾ ਸਮਾਂ ਵੱਧ ਨਾਮ ਲਈ, ਪਰ ਫਿਰ ਵੀ ਸ਼ਬਦ ਦੀ ਕਥਾ ਵਿਚਾਰ ਜ਼ਰੂਰੀ ਹੈ ਜੀ। ਆਓ ਜੀ, ਜਿਵੇਂ ਰੋਜ਼ ਆਪ ਕਿਰਪਾ ਕਰਦੇ ਹੋ ਤਿੰਨਾਂ ਹਿੱਸਿਆਂ ਵਿੱਚ ਭਾਈ ਸਾਰੇ ਬੋਲਿਆ ਕਰੋ, ਇੱਕ ਸੁਰ ਹੋ ਕੇ ਕਰੋ ਕਿਰਪਾ ਜੀ। ਸਤਿਨਾਮ ਵਾਹਿਗੁਰੂ, 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 ਸਤਿਨਾਮ 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 ਜੀ। ਵਾਹਿਗੁਰੂ 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 ਜੀ। ਸਾਰੇ ਸਿੰਘ ਬੋਲੋ ਉੱਚੀ ਆਵਾਜ਼।
ਸਤਨਾਮ 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 ਜੀ, ਵਾਹਿਗੁਰੂ 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 ਜੀ। 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 ਵਾਹਿਗੁਰੂ 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 ਜੀ, ਵਾਹਿਗੁਰੂ 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 ਜੀ। ਵਾਹਿਗੁਰੂ 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 ਜੀ, ਵਾਹਿਗੁਰੂ 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 ਜੀ। ਵਾਹਿਗੁਰੂ 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 ਜੀ। ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਸ਼ਬਦ ਦੀ ਵਿਚਾਰ ਕਰਦਿਆਂ, ਉਚਾਰਨ ਵਿੱਚ ਪ੍ਰਮਾਣ ਦਿੰਦਿਆਂ, ਅਰਥ ਕਰਦਿਆਂ ਬੇਅੰਤ ਭੁੱਲਾਂ ਹੋਈਆਂ ਨੇ ਸਾਧ ਸੰਗਤ ਜੀ ਬਖਸ਼ ਦੇਣਾ। ਆਓ ਸਤਿਗੁਰਾਂ ਜੀ ਦੇ ਇਸ ਸ਼ਬਦ ਦੇ ਅੰਤਲੇ ਬਚਨ ਸਰਵਣ ਕਰੀਏ ਜੀ। ਵੱਡਾ ਭਾਗ ਰਤਨ ਜਨਮ ਪਾਇਆ, ਕਰਹੁ ਕਿਰਪਾ ਕਿਰਪਾਲਾ। ਸਾਧ ਸੰਗ ਨਾਨਕ ਗੁਣ ਗਾਵੈ, ਸਿਮਰੈ ਸਦਾ ਗੋਪਾਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।